Hello everyone, my name is Paranjot Kaur and I have recently passed my 12th standard and I was a state rank holder with the state rank of 13th. And whatever I have achieved today, I would like to give that credit to all my teachers, especially Nakrit sir, who was our physics teacher. And I believe that whatever I am today, I am because of him. So he is genuinely very awesome person and I thanks him from all my heart. Thank you. ਵੈਲਕਮ ਟੂ ਐਕਸੀਲਰੇਟਰ ਕਲਾਸਿਸ। ਅੱਜ ਅਸੀਂ ਇਸ ਕਲਾਸ ਦੇ ਵਿੱਚ ਲਾਈਟ ਦੇ ਨਾਲ ਸੰਬੰਧਿਤ ਇੱਕ ਨਵਾਂ ਟੌਪਿਕ ਸਿੱਖਾਂਗੇ ਜਿਸ ਨੂੰ ਕਿ ਅਸੀਂ ਰਿਫਰੈਕਸ਼ਨ ਆਫ ਲਾਈਟ ਬੋਲਦੇ ਹਾਂ। ਰਿਫਰੈਕਸ਼ਨ ਆਫ ਲਾਈਟ ਨੂੰ ਅਸੀਂ ਪੰਜਾਬੀ ਦੇ ਵਿੱਚ ਪ੍ਰਕਾਸ਼ ਦਾ ਅਪਵਰਤਨ ਵੀ ਬੋਲਦੇ ਹਾਂ। ਇਸ ਟੌਪਿਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਇੱਕ ਐਗਜ਼ਾਮਪਲ ਦੇਖਦੇ ਹਾਂ ਕਿ ਮੰਨ ਲਓ ਇੱਕ ਆਦਮੀ ਸੜਕ ਦੇ ਉੱਤੇ ਤੁਰ ਰਿਹਾ ਹੈ ਅਤੇ ਜਦੋਂ ਇਹ ਸੜਕ 'ਤੇ ਤੁਰ ਰਿਹਾ ਹੈ ਤਾਂ ਉਹ ਕਿਹਨੂੰ ਪੈਨਟਰੇਟ ਕਰ ਰਿਹਾ ਹੈ, ਕਿਹਦੇ ਵਿੱਚੋਂ ਗੁਜ਼ਰ ਰਿਹਾ ਹੈ? ਹਵਾ ਦੇ ਵਿੱਚੋਂ ਗੁਜ਼ਰ ਰਿਹਾ ਹੈ। ਜੇਕਰ ਉਸੇ ਆਦਮੀ ਨੂੰ ਸਵਿਮਿੰਗ ਪੂਲ ਦੇ ਵਿੱਚ ਉਤਾਰ ਦਿੱਤਾ ਜਾਵੇ, ਪਾਣੀ ਦੇ ਵਿੱਚ ਉਤਾਰ ਦਿੱਤਾ ਜਾਵੇ ਤਾਂ ਉਹਨੂੰ ਕਹੀਏ ਕਿ ਉਸੇ ਸਪੀਡ ਦੇ ਨਾਲ ਹੀ ਤੁਰ, ਤਾਂ ਕਿਸ ਕੇਸ ਦੇ ਵਿੱਚ ਜ਼ਿਆਦਾ ਤਾਕਤ ਲੱਗੇਗੀ? ਸਾਨੂੰ ਪਤਾ ਹੈ ਕਿ ਜਦੋਂ ਉਹ ਆਦਮੀ ਪਾਣੀ ਦੇ ਵਿੱਚ ਤੁਰੇਗਾ ਤਾਂ ਉਸ ਕੇਸ ਦੇ ਵਿੱਚ ਉਹਦੀ ਤਾਕਤ ਜ਼ਿਆਦਾ ਲੱਗੇਗੀ। ਸੋ ਓਵਰਆਲ ਜੇ ਅਸੀਂ ਗੱਲ ਕਰੀਏ ਤਾਂ ਅਸੀਂ ਵੇਖਾਂਗੇ ਕਿ ਜੇਕਰ ਉਹ ਆਦਮੀ ਸੇਮ ਤਾਕਤ ਦੇ ਨਾਲ ਹਵਾ ਦੇ ਵਿੱਚ ਤੁਰੇ ਅਤੇ ਸੇਮ ਤਾਕਤ ਦੇ ਨਾਲ ਹੀ ਪਾਣੀ ਦੇ ਵਿੱਚ ਤੁਰੇ ਅਤੇ ਫ਼ਰਕ ਕੀ ਪਵੇਗਾ? ਫ਼ਰਕ ਪੈ ਜਾਏਗਾ ਸਪੀਡ 'ਤੇ, ਕਿ ਪਾਣੀ ਦੇ ਵਿੱਚ ਸਪੀਡ ਜਿਹੜੀ ਆ ਘੱਟ ਜਾਏਗੀ। ਹੁਣ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਮੀਡੀਅਮ ਦੇ ਵਿੱਚ ਫ਼ਰਕ ਆ। ਪਹਿਲੇ ਕੇਸ ਦੇ ਵਿੱਚ ਮੀਡੀਅਮ ਕੌਣ ਸੀ? ਹਵਾ, ਜਿਹਦੇ ਵਿੱਚ ਆਦਮੀ ਜਾ ਰਿਹਾ ਸੀ, ਅਤੇ ਦੂਸਰੇ ਕੇਸ ਦੇ ਵਿੱਚ ਮੀਡੀਅਮ ਕੌਣ ਹੈ? ਪਾਣੀ। ਅਤੇ ਅਸੀਂ ਉਸ ਬੰਦੇ ਦੀ ਸਪੀਡ ਤੋਂ ਇਹ ਅੰਦਾਜ਼ਾ ਲਗਾ ਲਿਆ ਕਿ ਜਦੋਂ ਆਦਮੀ ਪਾਣੀ ਦੇ ਵਿੱਚ ਤੁਰ ਰਿਹਾ ਹੈ ਉਦੋਂ ਉਹਦੀ ਸਪੀਡ ਘੱਟ ਜਾਂਦੀ ਹੈ। ਇਹਦਾ ਮਤਲਬ ਕਿ ਪਾਣੀ ਕੀ ਆ? ਹਵਾ ਦੇ ਮੁਕਾਬਲੇ ਜ਼ਿਆਦਾ ਸੰਘਣਾ ਹੈ, ਜ਼ਿਆਦਾ ਡੈਂਸਰ ਹੈ। ਸੋ ਅਤੇ ਹਵਾ ਨੂੰ ਅਸੀਂ ਕੀ ਕਹਾਂਗੇ? ਰੇਅਰ। ਸੋ ਅਸੀਂ ਇੱਥੇ ਦੋ ਸ਼ਬਦ ਇੰਟਰੋਡਿਊਸ ਕਰ ਰਹੇ ਹਾਂ, ਰੇਅਰ ਅਤੇ ਡੈਂਸਰ। ਡੈਂਸਰ ਮਤਲਬ ਕਿ ਅਸੀਂ ਕਹੀਏ ਕਿ ਜਿਹਦੇ ਵਿੱਚ ਕੰਸਨਟ੍ਰੇਸ਼ਨ ਜ਼ਿਆਦਾ ਹੋਵੇ, ਕੰਸਨਟ੍ਰੇਸ਼ਨ ਮਤਲਬ ਸੰਘਣਾ ਮੀਡੀਅਮ, ਅਤੇ ਰੇਅਰ ਉਹਦੇ ਬਿਲਕੁਲ ਆਪੋਜ਼ਿਟ। ਰੇਅਰ ਦਾ ਮਤਲਬ ਵਿਰਲਾ ਮੀਡੀਅਮ। ਜਿਵੇਂ ਮੈਂ ਐਗਜ਼ਾਮਪਲ ਦੇਵਾਂ ਕਿ ਮੰਨ ਲਓ ਸਾਡੇ ਕੋਲੋਂ ਸ਼ਹਿਦ ਆ, ਹਨੀ ਆ, ਅਤੇ ਦੂਸਰੀ ਸਾਈਡ 'ਤੇ ਸਾਡੇ ਕੋਲੋਂ ਪਾਣੀ ਆ, ਅਤੇ ਹੁਣ ਦੋਨਾਂ ਦੇ ਵਿੱਚੋਂ ਸੰਘਣਾ ਕੌਣ ਹੈ? ਸਾਨੂੰ ਪਤਾ ਹੈ ਕਿ ਦੋਨਾਂ ਦੇ ਵਿੱਚੋਂ ਸੰਘਣਾ ਹੈ ਹਨੀ। ਅਤੇ ਅਸੀਂ ਇਸ ਐਗਜ਼ਾਮਪਲ ਤੋਂ ਸਮਝ ਸਕਦੇ ਹਾਂ, ਮੈਂ ਕਹਿ ਸਕਦਾ ਵਾਂ ਕਿ ਹਨੀ ਜਿਹੜਾ ਵਾ ਉਹ ਡੈਂਸਰ ਆ, ਮਤਲਬ ਜ਼ਿਆਦਾ ਸੰਘਣਾ ਵਾ, ਉਹਦੀ ਕੰਸਨਟ੍ਰੇਸ਼ਨ ਜ਼ਿਆਦਾ ਵਾ, ਅਤੇ ਪਾਣੀ ਜਿਹੜਾ ਵਾ ਉਹ ਸ਼ਹਿਦ ਦੇ ਮੁਕਾਬਲੇ ਰੇਅਰ ਆ, ਵਿਰਲਾ ਵਾ। ਪਰ ਜੇ ਪਾਣੀ ਅਤੇ ਹਵਾ ਨੂੰ ਕੰਪੇਅਰ ਕਰੀਏ, ਜੇਕਰ ਪਹਿਲੇ ਨੰਬਰ 'ਤੇ ਮੈਂ ਕੀ ਲਿਆ? ਹਨੀ, ਸ਼ਹਿਦ। ਦੂਸਰੇ ਨੰਬਰ 'ਤੇ ਮੈਂ ਕੀ ਲਿਆ? ਵਾਟਰ। ਅਤੇ ਤੀਸਰੇ ਨੰਬਰ 'ਤੇ ਏਅਰ। ਹੁਣ ਪਹਿਲਾਂ ਆਪਾਂ ਕਿਹਾ ਕਿ ਏਅਰ ਦੇ ਨਾਲੋਂ ਪਾਣੀ ਜਿਹੜਾ ਹੈ ਉਹ ਡੈਂਸਰ ਹੈ, ਜ਼ਿਆਦਾ ਸੰਘਣਾ ਹੈ। ਪਰ ਇੱਥੇ ਆਪਾਂ ਨਵੀਂ ਐਗਜ਼ਾਮਪਲ ਲੈ ਲਈ ਕਿ ਪਾਣੀ ਦੇ ਨਾਲੋਂ ਸ਼ਹਿਦ ਜ਼ਿਆਦਾ ਡੈਂਸਰ ਹੈ। ਸੋ ਅਸੀਂ ਦੋ ਮੀਡੀਅਮ ਨੂੰ ਕੰਪੇਅਰ ਕਰਕੇ ਇਹ ਦੱਸ ਸਕਦੇ ਹਾਂ, ਜਿਵੇਂ ਆਪਾਂ ਇੱਥੇ ਕੰਪੇਅਰ ਕੀਤਾ ਕਿ ਹਵਾ ਦੇ ਨਾਲੋਂ ਪਾਣੀ ਡੈਂਸਰ ਆ, ਦੋ ਚੀਜ਼ਾਂ ਨੂੰ ਕੰਪੇਅਰ ਕੀਤਾ, ਅਤੇ ਇੱਥੇ ਆਪਾਂ ਕਹਿੰਦੇ ਹਾਂ ਅਤੇ ਪਾਣੀ ਨਾਲੋਂ ਸ਼ਹਿਦ ਜ਼ਿਆਦਾ ਡੈਂਸਰ ਹੈ। ਸੋ ਅਸੀਂ ਦੋ ਮੀਡੀਅਮ ਨੂੰ ਕੰਪੇਅਰ ਕਰਕੇ ਇਹ ਦੱਸ ਸਕਦੇ ਹਾਂ ਜਾਂ ਇਹ ਸੋਚ ਸਕਦੇ ਹਾਂ ਕਿ ਕਿਹੜਾ ਮੀਡੀਅਮ ਡੈਂਸਰ ਹੋਏਗਾ ਅਤੇ ਕਿਹੜਾ ਮੀਡੀਅਮ ਰੇਅਰ ਹੋਏਗਾ। ਅਤੇ ਇਸ ਡੈਂਸਰ ਅਤੇ ਰੇਅਰ ਨੇ ਫ਼ਰਕ ਕੀ ਪਾਇਆ? ਅਸੀਂ ਦੇਖਿਆ ਕਿ ਜਦੋਂ ਉਹ ਆਦਮੀ ਡੈਂਸਰ ਮੀਡੀਅਮ ਦੇ ਵਿੱਚ ਸੰਘਣੇ ਮੀਡੀਅਮ 'ਚ ਤੁਰਦਾ ਵਾ ਅਤੇ ਉਹਦੀ ਸਪੀਡ ਘੱਟ ਜਾਂਦੀ ਆ। ਸੋ ਹੁਣ ਇਹੋ ਜਿਹੜੀ ਚੀਜ਼ ਵਾ ਉਹ ਪ੍ਰਕਾਸ਼ ਉੱਤੇ ਵੀ ਲਾਗੂ ਹੁੰਦੀ ਆ, ਲਾਈਟ ਦੇ ਉੱਤੇ ਵੀ ਲਾਗੂ ਹੁੰਦੀ ਆ। ਲਾਈਟ ਜਦੋਂ ਕਿਸੇ ਸੰਘਣੇ ਮੀਡੀਅਮ ਦੇ ਵਿੱਚੋਂ ਗੁਜ਼ਰਦੀ ਆ, ਮਤਲਬ ਜਦੋਂ ਕਿਸੇ ਡੈਂਸਰ ਮੀਡੀਅਮ ਦੇ ਵਿੱਚੋਂ ਗੁਜ਼ਰਦੀ ਆ ਅਤੇ ਉਹਦੀ ਸਪੀਡ ਘੱਟ ਜਾਂਦੀ ਆ, ਕਿਹਦੇ ਮੁਕਾਬਲੇ? ਰੇਅਰ ਮੀਡੀਅਮ ਦੇ ਮੁਕਾਬਲੇ। ਹੁਣ ਸਾਨੂੰ ਪਤਾ ਜਦੋਂ ਲਾਈਟ ਹਵਾ ਦੇ ਵਿੱਚ ਗੁਜ਼ਰਦੀ ਆ ਉਦੋਂ ਉਹਦੀ ਸਪੀਡ ਜ਼ਿਆਦਾ ਹੁੰਦੀ ਆ, ਅਤੇ ਜਦੋਂ ਲਾਈਟ ਪਾਣੀ ਦੇ ਵਿੱਚ ਗੁਜ਼ਰਦੀ ਆ ਉਦੋਂ ਉਹਦੀ ਸਪੀਡ ਦੇ ਵਿੱਚ ਅੰਤਰ ਆ ਜਾਂਦਾ ਹੈ, ਘੱਟ ਜਾਂਦੀ ਹੈ। ਸੋ ਆਪਾਂ ਹਵਾ ਦੀ ਸਪੀਡ ਤੋਂ ਇਹ ਅੰਦਾਜ਼ਾ ਲਗਾ ਸਕਦੇ ਹਾਂ, ਸਾਨੂੰ ਜੇਕਰ ਇਹ ਦਿੱਤਾ ਹੋਵੇ ਕਿ ਦੋ ਮੀਡੀਅਮ ਆ, ਇੱਕ ਮੀਡੀਅਮ ਦੇ ਵਿੱਚ ਮੰਨ ਲਓ ਇੱਕ ਮੀਡੀਅਮ 1 ਇੱਧਰ ਆ, ਇੱਕ ਮੀਡੀਅਮ 2 ਇੱਧਰ ਆ। ਅਸੀਂ ਕਹੀਏ ਕਿ ਇੱਕ ਮੀਡੀਅਮ ਦੇ ਵਿੱਚ ਲਾਈਟ ਦੀ ਸਪੀਡ ਜਿਹੜੀ ਹੈਗੀ ਆ ਉਹ ਹੈਗੀ ਆ 2 × 10⁸ ਮੀਟਰ ਪਰ ਸੈਕਿੰਡ, ਅਤੇ ਦੂਸਰੇ ਦੇ ਵਿੱਚ ਲਾਈਟ ਦੀ ਸਪੀਡ ਕਿੰਨੀ ਆ? 3 × 10⁸ ਮੀਟਰ ਪਰ ਸੈਕਿੰਡ। ਹੁਣ ਪਹਿਲੇ ਮੀਡੀਅਮ ਦੇ ਵਿੱਚ ਲਾਈਟ ਇੰਨੀ ਸਪੀਡ ਦੇ ਨਾਲ ਟਰੈਵਲ ਕਰਦੀ ਆ, ਦੂਸਰੇ ਮੀਡੀਅਮ ਦੇ ਵਿੱਚ ਲਾਈਟ ਇੰਨੀ ਸਪੀਡ ਦੇ ਨਾਲ ਟਰੈਵਲ ਕਰਦੀ ਆ, ਅਤੇ ਜ਼ਿਆਦਾ ਸਪੀਡ ਦੇ ਨਾਲ ਕਿਹਦੇ 'ਚ ਟਰੈਵਲ ਕਰਦੀ ਆ? ਅਸੀਂ ਦੇਖ ਰਹੇ ਹਾਂ ਕਿ ਮੀਡੀਅਮ 2 ਦੇ ਵਿੱਚ ਉਹ ਜ਼ਿਆਦਾ ਸਪੀਡ ਦੇ ਨਾਲ ਟਰੈਵਲ ਕਰਦੀ ਆ।
ਤੇ ਇਹਦਾ ਮਤਲਬ ਮੈਂ ਇਹਨਾਂ ਦੋਵਾਂ ਤੋਂ ਇਹ ਅੰਦਾਜ਼ਾ ਲਗਾ ਸਕਦਾ ਵਾਂ ਕਿ ਜਿਹੜਾ ਮੀਡੀਅਮ 2 ਆ ਉਹ ਮੀਡੀਅਮ 1 ਦੇ ਮੁਕਾਬਲੇ ਰੇਅਰ ਆ, ਵਿਰਲਾ ਵਾ। ਤੇ ਮੀਡੀਅਮ 1 ਕੀ ਆ, ਇਹਦੇ ਮੁਕਾਬਲੇ ਡੈਂਸਰ ਆ। ਸੋ ਅਸੀਂ ਲਾਈਟ ਦੀ ਸਪੀਡ ਤੋਂ ਮੀਡੀਅਮ ਦੇ ਬਾਰੇ ਸੋਚ ਸਕਦੇ ਹਾਂ, ਉਹਦੇ ਬਾਰੇ ਸਮਝ ਸਕਦੇ ਹਾਂ, ਇੱਕ ਅੰਦਾਜ਼ਾ ਦੇ ਸਕਦੇ ਹਾਂ। ਜਿਵੇਂ ਅਸੀਂ ਪਹਿਲੀ ਉਦਾਹਰਨ ਦੇ ਵਿੱਚ ਇਹ ਕਿਹਾ ਸੀ ਕਿ ਜਦੋਂ ਆਦਮੀ ਪਾਣੀ ਦੇ ਵਿੱਚ ਤੁਰਦਾ ਵਾ ਤੇ ਉਹਦੀ ਸਪੀਡ ਘਟ ਜਾਂਦੀ ਆ। ਕਿਉਂ ਘਟ ਜਾਂਦੀ ਆ? ਕਿਉਂਕਿ ਹਵਾ ਦੇ ਮੁਕਾਬਲੇ ਪਾਣੀ ਸੰਘਣਾ ਹੈ, ਡੈਂਸਰ ਹੈ। ਸੋ ਦੇਖਿਆ ਕਿ ਅਸੀਂ ਲਾਈਟ ਦੀ ਸਪੀਡ ਤੋਂ ਮੀਡੀਅਮ ਦੇ ਬਾਰੇ ਦੱਸ ਸਕਦੇ ਹਾਂ ਕਿ ਉਹ ਮੀਡੀਅਮ ਡੈਂਸਰ ਆ ਜਾਂ ਰੇਅਰ ਆ। ਹੁਣ ਪਰ ਕੀ ਅਸੀਂ ਲਾਈਟ ਦੀ ਸਪੀਡ ਤੋਂ ਦੱਸ ਸਕਦੇ ਹਾਂ ਕਾਪਰ ਬਾਰੇ ਕਿ ਕਾਪਰ ਡੈਂਸਰ ਹੈ ਜਾਂ ਆਇਰਨ ਲੋਹਾ ਡੈਂਸਰ ਹੈ? ਨਹੀਂ, ਅਸੀਂ ਸਿਰਫ ਗੱਲ ਕਰ ਰਹੇ ਹਾਂ ਆਪਟੀਕਲ ਡੈਂਸਰ ਤੇ ਆਪਟੀਕਲ ਰੇਅਰ ਦੀ। ਆਪਟੀਕਲ ਡੈਂਸਰ ਮਤਲਬ ਜਿਹੜਾ ਲਾਈਟ ਨੂੰ ਡੈਂਸਰ ਲੱਗੇਗਾ, ਜਿਹਦੇ ਵਿੱਚੋਂ ਲਾਈਟ ਲੰਘ ਸਕਦੀ ਆ, ਮਤਲਬ ਲਾਈਟ ਲੰਘੇਗੀ, ਪਾਸ ਹੋਏਗੀ ਤਾਂ ਹੀ ਡੈਂਸਰ ਲੱਗੇਗਾ। ਤੇ ਜੇ ਜਾਂ ਆਪਟੀਕਲ ਰੇਅਰ, ਆਪਟੀਕਲ ਮਤਲਬ ਲਾਈਟ ਦੇ ਨਾਲ ਐਸੋਸੀਏਟਡ, ਲਾਈਟ ਦੇ ਨਾਲ ਜੁੜਿਆ ਹੋਇਆ, ਕਿ ਲਾਈਟ ਫੈਸਲਾ ਕਰੇਗੀ, ਲਾਈਟ ਆਪਣੀ ਸਪੀਡ ਨੂੰ ਚੈੱਕ ਕਰੇਗੀ ਉਸ ਮੀਡੀਅਮ ਦੇ ਵਿੱਚ ਕਿ ਮੇਰੀ ਸਪੀਡ ਜ਼ਿਆਦਾ ਹੈ ਕਿ ਮੇਰੀ ਸਪੀਡ ਘੱਟ ਹੈ। ਪਰ ਸ਼ਰਤ ਕੀ ਹੈ? ਲਾਈਟ ਉਹਦੇ ਵਿੱਚੋਂ ਗੁਜ਼ਰਦੀ ਹੋਵੇ। ਪਰ ਜੇਕਰ ਅਸੀਂ ਲਾਈਟ ਦੀ ਸਪੀਡ ਤੋਂ ਇਹ ਸੋਚੀਏ ਕਿ ਲੋਹਾ ਜ਼ਿਆਦਾ ਡੈਂਸਰ ਆ ਜਾਂ ਸਟੀਲ ਜ਼ਿਆਦਾ ਡੈਂਸਰ ਆ ਜਾਂ ਐਲੂਮੀਨੀਅਮ ਜ਼ਿਆਦਾ ਡੈਂਸਰ ਆ, ਤੇ ਅਸੀਂ ਇਹ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਇਹਨਾਂ ਦੇ ਵਿੱਚੋਂ ਲਾਈਟ ਨਹੀਂ ਨਿਕਲਦੀ। ਹੁਣ ਜਿਵੇਂ ਅਸੀਂ ਕਹਿੰਦੇ ਹਾਂ ਕਿ ਅਸੀਂ ਸਿਰਫ ਗੱਲ ਉਸ ਮੀਡੀਅਮ ਦੀ ਹੀ ਕਰਾਂਗੇ ਜਿਸ ਦੇ ਵਿੱਚੋਂ ਲਾਈਟ ਪਾਸ ਹੋ ਜਾਂਦੀ ਆ, ਗੁਜ਼ਰ ਜਾਂਦੀ ਆ। ਤੇ ਅਸੀਂ ਇਹ ਐਕਸਪੈਰੀਮੈਂਟਲੀ ਵੇਖਿਆ ਹੋਇਆ ਵਾ ਕਿ ਲਾਈਟ ਦੇ ਵਾਸਤੇ ਸਭ ਤੋਂ ਰੇਅਰ ਮੀਡੀਅਮ ਕਿਹੜਾ ਵਾ, ਮਤਲਬ ਜਦੋਂ ਲਾਈਟ ਗੁਜ਼ਰਦੀ ਆ ਤੇ ਉਹਨੂੰ ਸਭ ਤੋਂ ਵਿਰਲਾ ਮੀਡੀਅਮ ਕਿਹੜਾ ਲੱਗਦਾ, ਜਾਂ ਮੈਂ ਇਦਾਂ ਕਹਾਂ ਕਿ ਉਹਨੂੰ ਕਿਸ ਮੀਡੀਅਮ ਦੇ ਵਿੱਚੋਂ ਨਿਕਲਣ ਲੱਗਿਆਂ ਆਸਾਨੀ ਹੁੰਦੀ ਆ, ਜਾਂ ਕਿਸ ਮੀਡੀਅਮ ਦੇ ਵਿੱਚੋਂ ਨਿਕਲਣ ਲੱਗਿਆਂ ਉਹਦੀ ਸਪੀਡ ਸਭ ਤੋਂ ਜ਼ਿਆਦਾ ਹੁੰਦੀ ਆ, ਤੇ ਉਹ ਮੀਡੀਅਮ ਕਿਹੜਾ ਹੈ? ਵੈਕਿਊਮ ਜਾਂ 에ਅਰ। ਸੋ ਲਾਈਟ ਦੇ ਕੇਸ ਵਿੱਚ ਰੇਅਰ ਮੀਡੀਅਮ ਕੌਣ ਹੈ? 에ਅਰ ਜਾਂ ਵੈਕਿਊਮ। ਪਹਿਲਾਂ ਹੀ ਮੈਂ ਜਿਵੇਂ ਕਿ ਅਸੀਂ ਵੈਕਿਊਮ ਨੂੰ ਜਾਣਦੇ ਹਾਂ ਕਿ ਵੈਕਿਊਮ ਕੀ ਹੁੰਦਾ ਹੈ? ਜਿਸ ਜਗ੍ਹਾ ਤੇ ਕੋਈ ਹਵਾ ਨਾ ਹੋਵੇ। ਤੇ ਸਭ ਤੋਂ ਜ਼ਿਆਦਾ ਲਾਈਟ ਦੇ ਵਾਸਤੇ ਡੈਂਸਰ ਮੀਡੀਅਮ ਕਿਹੜਾ ਹੈ? ਡੈਂਸਰ ਮੀਡੀਅਮ ਮਤਲਬ ਜਿਹਦੇ ਵਿੱਚੋਂ ਲਾਈਟ ਪਾਸ ਹੋ ਜਾਂਦੀ ਆ ਪਰ ਲਾਈਟ ਨੂੰ ਉਹ ਬਹੁਤ ਹੀ ਡੈਂਸਰ ਲੱਗਦਾ, ਲਾਈਟ ਦੇ ਵਿੱਚ ਉਹਦੀ ਸਪੀਡ ਬਹੁਤ ਘਟ ਜਾਂਦੀ ਹੈ। ਤਾਂ ਇਹ ਗੱਲ ਯਾਦ ਰੱਖੋ ਕਿ ਲਾਈਟ ਦੇ ਵਾਸਤੇ ਸਭ ਤੋਂ ਡੈਂਸਰ ਟਰਾਂਸਪੇਰੈਂਟ ਮਤਲਬ ਪਾਰਦਰਸ਼ੀ ਮੀਡੀਅਮ, ਲਾਈਟ ਦੇ ਵਾਸਤੇ ਸਭ ਤੋਂ ਟਰਾਂਸਪੇਰੈਂਟ ਮੀਡੀਅਮ ਜਿਹੜਾ ਡੈਂਸਰ ਆ ਉਹ ਕਿਹੜਾ ਹੈ? ਡਾਇਮੰਡ ਹੈ। ਡਾਇਮੰਡ ਮਤਲਬ ਹੀਰਾ। ਸੋ ਜੇਕਰ ਲਾਈਟ ਨੂੰ ਇਹ ਡਾਇਮੰਡ ਜਿਹੜਾ ਵਾ ਬਹੁਤ ਹੀ ਡੈਂਸਰ ਲੱਗਦਾ ਵਾ, ਤਾਂ ਹੀ ਕਰਕੇ ਜਿਹੜਾ ਹੀਰਾ ਵਾ ਇਹ ਡਾਇਮੰਡ ਆ ਕੁਝ ਅਲੱਗ ਤਰ੍ਹਾਂ ਦੀਆਂ ਸਾਨੂੰ ਵਿਸ਼ੇਸ਼ਤਾਵਾਂ ਦਿੰਦਾ ਵਾ, ਜਿਹਦੇ ਵਿੱਚ ਅਸੀਂ ਦੇਖਦੇ ਹਾਂ ਅੱਗੇ ਜਾ ਕੇ ਪੜਾਂਗੇ ਟੋਟਲ ਇੰਟਰਨਲ ਰਿਫਲੈਕਸ਼ਨ, ਜਿਹਦੇ ਕਰਕੇ ਹੀਰਾ ਚਮਕਦਾ ਵਾ। ਸੋ ਮੇਰੇ ਕਹਿਣ ਦਾ ਮਤਲਬ ਸਿਰਫ ਇਹ ਹੈ ਇੱਥੇ ਕਿ ਇਹ ਗੱਲ ਯਾਦ ਰੱਖਣਾ ਕਿ ਲਾਈਟ ਦੇ ਵਾਸਤੇ ਸਭ ਤੋਂ ਰੇਅਰ ਮੀਡੀਅਮ ਕਿਹੜਾ ਹੈ? 에ਅਰ। ਤੇ ਲਾਈਟ ਦੇ ਵਾਸਤੇ ਸਭ ਤੋਂ ਡੈਂਸਰ ਮੀਡੀਅਮ ਕਿਹੜਾ ਹੈ? ਡਾਇਮੰਡ। ਆਪਾਂ ਇਦਾਂ ਵੀ ਕਹਿ ਸਕਦੇ ਹਾਂ ਕਿ ਸਭ ਤੋਂ ਆਪਟੀਕਲ ਰੇਅਰ ਮੀਡੀਅਮ ਕਿਹੜਾ ਹੈ? ਆਪਟੀਕਲ ਵਰਡ ਯੂਜ਼ ਕਰ ਸਕਦੇ, ਜਦੋਂ ਵੀ ਤੁਸੀਂ ਲਾਈਟ ਦੀ ਗੱਲ ਕਰਨੀ ਆ ਤੁਸੀਂ ਆਪਟੀਕਲ ਵਰਡ ਯੂਜ਼ ਕਰ ਸਕਦੇ। ਆਪਟੀਕਲ ਰੇਅਰ ਮੀਡੀਅਮ 에ਅਰ ਜਾਂ ਵੈਕਿਊਮ, ਤੇ ਆਪਟੀਕਲ ਡੈਂਸਰ ਮੀਡੀਅਮ ਕਿਹੜਾ ਹੈ? ਡਾਇਮੰਡ। ਤੇ ਦੋਨੋਂ ਮੀਡੀਅਮ ਕੀ ਹੋਣੇ ਚਾਹੀਦੇ ਆ? ਟਰਾਂਸਪੇਰੈਂਟ। ਸਾਡੀ ਮੁੱਢਲੀ ਸ਼ਰਤ ਤੇ ਹੈਗੀ ਆ ਕਿ ਸਭ ਤੋਂ ਰੇਅਰ ਟਰਾਂਸਪੇਰੈਂਟ ਮੀਡੀਅਮ 에ਅਰ ਜਾਂ ਵੈਕਿਊਮ, ਤੇ ਸਭ ਤੋਂ ਡੈਂਸਰ ਟਰਾਂਸਪੇਰੈਂਟ ਮੀਡੀਅਮ ਡਾਇਮੰਡ। ਮੈਂ ਆਸ ਕਰਦਾ ਕਿ ਤੁਸੀਂ ਇਸ ਚੀਜ਼ ਨੂੰ ਸਮਝ ਗਏ ਹੋਗੇ ਕਿ ਰੇਅਰ ਕੀ ਹੁੰਦਾ ਹੈ, ਡੈਂਸਰ ਕੀ ਹੁੰਦਾ ਹੈ, ਤੇ ਲਾਈਟ ਨੂੰ ਰੇਅਰ ਦਾ ਤੇ ਡੈਂਸਰ ਦਾ ਕਿਵੇਂ ਪਤਾ ਲੱਗਦਾ ਹੈ। ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਲਾਈਟ ਨੂੰ ਰੇਅਰ ਅਤੇ ਡੈਂਸਰ ਦਾ ਲਾਈਟ ਦੀ ਸਪੀਡ ਤੋਂ ਹੀ ਪਤਾ ਲੱਗ ਜਾਂਦਾ ਹੈ। ਹੁਣ ਇਸ ਤੋਂ ਬਾਅਦ ਵਿੱਚ ਅਸੀਂ ਰਿਫਰੈਕਸ਼ਨ ਨੂੰ ਸਮਝਦੇ ਹਾਂ ਕਿ ਰਿਫਰੈਕਸ਼ਨ ਕੀ ਹੈ। ਬੇਸਿਕਲੀ ਰਿਫਰੈਕਸ਼ਨ ਮਤਲਬ ਅਪਵਰਤਨ ਉਦੋਂ ਹੁੰਦਾ ਹੈ ਜਦੋਂ ਲਾਈਟ ਇੱਕ ਮੀਡੀਅਮ ਤੋਂ ਦੂਸਰੇ ਮੀਡੀਅਮ ਵਿੱਚ ਜਾਂਦੀ ਆ। ਅਸੀਂ ਪਹਿਲਾਂ ਰਿਫਲੈਕਸ਼ਨ ਦੇ ਵਿੱਚ ਕੀ ਪੜ੍ਹਿਆ ਸੀ ਕਿ ਇੱਕ ਮਿਰਰ ਆ ਤੇ ਮਿਰਰ ਦੇ ਉੱਪਰ ਕੋਈ ਨਾਰਮਲ ਆ, ਤੇ ਇਧਰੋਂ ਇੱਕ ਇਨਸੀਡੈਂਟ ਰੇ ਆਈ, ਇਧਰੋਂ ਕੋਈ ਪ੍ਰਕਾਸ਼ ਦੀ ਕਿਰਨ ਆਈ ਤੇ ਉਹਨੇ ਇੱਥੇ ਇਨਸੀਡੈਂਟ ਐਂਗਲ ਬਣਾਇਆ, ਤੇ ਇਹ ਵਾਪਸ ਮੁੜ ਗਈ ਇੱਥੇ ਰਿਫਲੈਕਟਡ ਐਂਗਲ ਬਣਾ ਕੇ। ਹੁਣ ਇਸ ਕੇਸ ਦੇ ਵਿੱਚ ਲਾਈਟ ਕੀ ਸੀ? ਇਸ ਮੀਡੀਅਮ ਦੇ ਵਿੱਚ ਸੀ, ਇਸ ਮੀਡੀਅਮ ਦੇ ਵਿੱਚ ਆਈ ਤੇ ਸ਼ੀਸ਼ੇ ਦੇ ਨਾਲ ਟਕਰਾ ਕੇ ਇਸੇ ਮੀਡੀਅਮ ਦੇ ਵਿੱਚ ਹੀ ਵਾਪਸ ਚਲੇਗੀ।
मतलब वो शीशे के अंदर नहीं गई ਜਾਂ शीशे के अंदरों गुजर के पिछले पासे नहीं आई, मतलब लाइट पहला जिस मीडियम च सी उसे मीडियम च रही। पर रिफ्रैक्शन के केस विच की हुंदा है कि जिवें मान लो नीचे एक कंटेनर आ जिहदे विच एक भांडा ही आ कि जिहदे विच पानी पिया होया है, इहदे विच पानी है ते जेकर असी इहदे विच एक कॉइन रख दईए, एक सिक्का सुट दईए, इत्थे मैं एक छोटा जिहा एक कोई भी चीज़ कह सकते जो, भावें सोटी कह दो, स्टिक कह दो, कॉइन कह दो, सिक्का कह दो, कोई भी चीज़ सुट दो तो तुसी इधरों उपरों देख रहे जो, तुसी इधरों तुहाडी आई आ, तुसी उहनूं देख रहे जो। हुण इस केस दे विच की हो रहा वा कि लाइट इस सिक्के तो आ रही आ, लाइट ने इस सिक्के तो आना वा, इत्थों तक की आ, इत्थों तक लाइट पानी दे विच आ ते हुण लाइट ने हवा दे विच जाना, अगे लाइट की आ हवा दे विच आ, पहला लाइट की आ पानी आ। इस केस दे विच आपां कह सकते हैं कि लाइट ने अपना माध्यम बदल लिया। माध्यम की आ जिथे वो ट्रैवल कर रही सी, पहला लाइट किहदे च ट्रैवल की पानी दे विच, ते फिर लाइट इत्थे की हो गया, ये हो गई एक बाउंड्री। बाउंड्री मतलब मैं कह सकदा एक इंटरफेस आ दो सरफेस दे विच कि एक हद वा दो सरफेस दे विच कि इहदे तो पिछे पानी वाला सरफेस आ ते इहदे तो उपर हवा वाला सरफेस आ। सो जदों लाइट एक मीडियम तो दूसरे मीडियम दे विच ट्रैवल करदी आ, इस प्रोसैस नूं, इस फिनोमिना नूं असीं बोलदे आ रिफ्रैक्शन ऑफ लाइट। रिफ्रैक्शन ऑफ लाइट मतलब अपवर्तन दा निज़म, मतलब जदों लाइट एक मीडियम तो दूसरे मीडियम दे विच ट्रैवल करदी आ ते उस नूं असीं प्रकाश दा अपवर्तन बोलदे हां। पर जदों लाइट एक मीडियम तो दूसरे मीडियम दे विच ट्रैवल करदी आ, चेंज हुंदा, यानी कि मीडियम चेंज हुंदा है, मतलब कि जदों लाइट दा मीडियम चेंज हुंदा है तां असीं उत्थे कोई चीज़ां, असीं उत्थे कुछ ऑब्जरवेशनस कीतियां होईयां वा कि जदों लाइट एक मीडियम नूं छड्ड के दूसरे मीडियम दे विच जांदी आ तां लाइट दी स्पीड दे विच फर्क पै जांदा है। लाइट दी स्पीड जां ते घट जाएगी ते जां वध जाएगी, ते जे वध जाएगी ते असीं की कवांगे मीडियम की आ रेयर आ, ते जे घट जाएगी तो असीं की कवांगे मीडियम की आ डेंसर आ, मतलब संघना है। सो इत्थों ही असीं जिहड़े आ रिफ्रैक्शन दे निज़म बनाउने आ ते हुण असीं रिफ्रैक्शन दे निज़म नूं स्टडी करदे आ कि ये रिफ्रैक्शन दे मतलब अपवर्तन दे सिद्धांत की आ, ला की आ, मतलब किहड़ियां चीज़ां जिहड़ियां वा रिफ्रैक्शन वाले प्रोसैस नूं नोट करके असीं अपने कोलों रूल बनाए होए आ। ला ऑफ रिफ्रैक्शन दे विच असीं थोड़ा जिहा इहनूं डायग्रामेटिकली समझदे हाँ। मान लो कि यह एक बाउंड्री आ दो मीडियम दे विच, उपर मीडियम हैगा है मीडियम 1 ते नीचे मीडियम हैगा है मीडियम 2, मतलब यह एक बाउंड्री आ दो मीडियम दे विच। ते असीं देखदे हाँ, इत्थे मैं एक अपने कोलों नॉर्मल ड्रा कर लेना। इत्थे मान लो एक नॉर्मल आ, जिवें मैं रिफ्लैक्शन दे विच कहा कि नॉर्मल की आ एक लंब वा, एक परपेंडिकुलर आ, जिहड़ा असीं मतलब अज्यूम करना वा, मनना वा। हुण जेकर इस असीं कहिए कि इधरों एक इंसीडेंट रे आई, असीं पहलां भी की कहा सी इंसीडेंट रे ही कहा सी, ते इस इंसीडेंट एंगल नूं आपां की कहा सी आपाती कोण, आई दे नाल कहा सी इंसीडेंस एंगल भी कह सकते जो, इंसीडेंस एंगल ते असीं आपाती कोण भी कह सकते हैं। हुण जदों लाइट इत्थे आण के टकराई, इहदे तो अगे की आ दूसरा मीडियम आ। हुण नीचे पानी भी हो सकदा, कोई होर मीडियम भी हो सकदा जिहदे विचों लाइट गुजर सकदी होवे। ते जेकर आपां इह गल कहीए कि जिहड़ा मीडियम 2 आ इज़ मोर डेंसर दैन मीडियम 1, मतलब कि जेकर आपां ये कहिए कि मीडियम 2 जिहड़ा है वो ज़्यादा डेंसर आ किहदे नालों, मीडियम 1 दे नालों, तां इत्थे असीं ये चीज़ नोट करदे हां कि जदों लाइट पहले मीडियम च विरले मीडियम च आ रही सी ते इत्थे एक नॉर्मल दे नाल उपर टकराई। तुसीं नॉर्मल कित्थे बनाउणा है, नॉर्मल किते भी बन सकदा, अगे पिछे भी बन सकदा, बस नॉर्मल बनाउणा उत्थे आ जिथे लाइट जाके टकरा रही आ। जेकर मैं इत्थे लाइट नूं टकरा दिंदा इत्थों ते मैं नॉर्मल इत्थे बना देना सी, ये लंब इत्थे बना देना सी, ते इहनूं मैं इंसीडेंट एंगल बोल रहा वां जां इंसीडेंस एंगल बोल रहा वां।
ਤੇ ਇਹ ਵਾਲੀ ਰੇ ਕੀ ਆ, ਇਸ ਰੇ ਨੂੰ ਕੀ ਬੋਲ ਰਿਹਾ ਵਾਂ, ਇਨਸੀਡੈਂਸ ਰੇ। ਰੇ ਉਹੀ ਪ੍ਰਕਾਸ਼ ਦੀ ਕਿਰਨ ਜਿਵੇਂ ਅਸੀਂ ਕਿਹਾ। ਹੁਣ ਜਿਵੇਂ ਅਸੀਂ ਕਿਹਾ ਕਿ ਮੀਡੀਅਮ 1 ਦੇ ਨਾਲੋਂ ਮੀਡੀਅਮ 2 ਕੀ ਹੈ, ਜ਼ਿਆਦਾ ਡੈਂਸਰ ਹੈ, ਜ਼ਿਆਦਾ ਸੰਘਣਾ ਹੈ। ਪਰ ਜੇਕਰ ਮੀਡੀਅਮ 2 ਨਾ ਹੁੰਦਾ ਤੇ ਫਿਰ ਕੀ ਹੋਣਾ ਸੀ, ਫਿਰ ਲਾਈਟ ਨੇ ਉਸੇ ਹੀ ਡਾਇਰੈਕਸ਼ਨ ਦੇ ਵਿੱਚ ਬਿਲਕੁਲ ਸਕੇਲ ਦੇ ਨਾਲ ਬਣਾਓ ਸਿੱਧੀ ਤੁਰੇ ਜਾਣਾ ਸੀ ਜੇ ਮੀਡੀਅਮ ਨਾ ਬਦਲਦਾ ਤੇ। ਪਰ ਜੇਕਰ ਸਾਨੂੰ ਅੱਗੇ ਮੀਡੀਅਮ 2 ਜ਼ਿਆਦਾ ਡੈਂਸਰ ਮਿਲ ਪਿਆ, ਜ਼ਿਆਦਾ ਸੰਘਣਾ ਮਿਲ ਪਿਆ, ਤੇ ਅਸੀਂ ਕੀ ਦੇਖਦੇ ਹਾਂ ਕਿ ਇਹ ਜਿਹੜੀ ਪ੍ਰਕਾਸ਼ ਦੀ ਕਿਰਨ ਆ ਨਾ, ਇਹ ਥੋੜ੍ਹਾ ਜਿਹਾ ਨੋਰਮਲ ਦੇ ਵੱਲ ਮੁੜ ਜਾਂਦੀ ਆ, ਨੋਰਮਲ ਦੇ ਵੱਲ। ਤੇ ਇਸ ਐਂਗਲ ਨੂੰ ਬੋਲਦੇ ਹਾਂ ਅਸੀਂ ਡਿਫਲੈਕਸ਼ਨ ਐਂਗਲ। ਮੈਂ ਥੀਟਾ ਦੇ ਨਾਲ ਹੀ ਲਿਖ ਲੈਣਾ, ਡਿਫਲੈਕਟ ਹੋ ਗਈ ਮਤਲਬ, ਡਿਫਲੈਕਟ ਹੋ ਗਈ ਮਤਲਬ ਮੁੜ ਗਈ। ਪਹਿਲਾਂ ਲਾਈਟ ਕਿੱਧਰ ਨੂੰ ਜਾ ਰਹੀ ਸੀ, ਇੱਧਰ ਨੂੰ ਜਾ ਰਹੀ ਸੀ, ਇੱਧਰ ਨੂੰ ਬਿਲਕੁਲ ਸਿੱਧੀ। ਪਰ ਇੱਥੇ ਕੀ ਹੋਇਆ, ਮੀਡੀਅਮ ਬਦਲ ਗਿਆ, ਥੱਲੜਾ ਮੀਡੀਅਮ ਬਦਲ ਗਿਆ। ਜਾਂ ਮੈਂ ਇੱਦਾਂ ਕਹਾਂ ਕਿ ਜੇ ਸਾਰੇ ਦਾ ਸਾਰਾ ਇੱਕੋ ਮੀਡੀਅਮ ਹੁੰਦਾ ਤੇ ਲਾਈਟ ਇੱਧਰੋਂ ਆ ਰਹੀ ਤੇ ਉਹਨੇ ਇੱਧਰ ਨੂੰ ਹੀ ਚੱਲ ਜਾਣਾ ਹੈ। ਪਰ ਹੁਣ ਕੀ ਹੋਇਆ, ਨੀਚੇ ਵਾਲਾ ਮੀਡੀਅਮ ਬਦਲ ਗਿਆ। ਇੱਥੇ ਲਾਈਟ ਪਹਿਲੇ ਮੀਡੀਅਮ ਤੋਂ ਦੂਸਰੇ ਮੀਡੀਅਮ ਦੇ ਵਿੱਚ ਐਂਟਰ ਹੋ ਗਈ ਤੇ ਦੂਸਰਾ ਮੀਡੀਅਮ ਕੀ ਹੈ, ਥੋੜਾ ਜਿਹਾ ਡੈਂਸਰ ਹੈ, ਸੰਘਣਾ ਹੈ। ਤੇ ਲਾਈਟ ਕੀ ਆ, ਥੋੜਾ ਜਿਹਾ ਆਪਣੇ ਓਰੀਜਨਲ ਡਾਇਰੈਕਸ਼ਨ ਜਿਹੜੀ ਉਹਦੀ ਸੀ ਉਹ ਤੋਂ ਥੋੜਾ ਜਿਹਾ ਅੰਦਰ ਨੂੰ ਮੁੜ ਜਾਂਦੀ ਆ। ਅੰਦਰ ਨੂੰ ਮਤਲਬ ਇਸ ਨੋਰਮਲ ਦੇ ਵੱਲ ਨੂੰ, ਇਸ ਨੋਰਮਲ ਦੇ ਵੱਲ ਮੁੜ ਜਾਂਦੀ ਆ। ਤੇ ਅਸੀਂ ਇੱਥੋਂ ਇੱਕ ਨਿਯਮ ਬਣਾਉਂਦੇ ਆ ਕਿ ਜਦੋਂ ਲਾਈਟ ਜਿਹੜੀ ਆ ਰੇਅਰ ਮੀਡੀਅਮ ਤੋਂ, ਵਿਰਲੇ ਮੀਡੀਅਮ ਤੋਂ ਸੰਘਣੇ ਮੀਡੀਅਮ ਦੇ ਵਿੱਚ ਐਂਟਰ ਕਰਦੀ ਆ ਤੇ ਉਹ ਆਪਣੇ ਰਸਤੇ ਤੋਂ ਥੋੜਾ ਜਿਹਾ ਵਿਚਲਿਤ ਹੋ ਜਾਂਦੀ ਆ, ਮੁੜ ਜਾਂਦੀ ਆ। ਕਿੱਧਰ ਨੂੰ ਮੁੜਦੀ ਆ, ਨੋਰਮਲ ਦੇ ਵੱਲ, ਹਮੇਸ਼ਾ ਹੀ ਨੋਰਮਲ ਦੇ ਵੱਲ ਮੁੜਦੀ ਆ। ਤੇ ਅਸੀਂ ਦੇਖਾਂਗੇ ਕਿ ਇਹ ਜਿਹੜਾ ਇਨਸੀਡੈਂਸ ਐਂਗਲ ਆ, ਇਹ ਜਿਹੜਾ ਆਪਾਤੀ ਕੋਣ ਆ, ਉਹਦੇ ਨਾਲੋਂ ਇਹ ਕੋਣ ਛੋਟਾ ਹੋ ਜਾਂਦਾ ਹੈ। ਤੇ ਇਸ ਕੋਣ ਨੂੰ ਕੀ ਬੋਲਦੇ ਆ, ਇਸ ਕੋਣ ਨੂੰ ਬੋਲਦੇ ਆ ਡਿਫਲੈਕਟਡ ਐਂਗਲ ਜਾਂ ਵਿਚਲਿਤ ਕੋਣ ਬੋਲਦੇ ਆ। ਕਿ ਜਿਵੇਂ ਅਸੀਂ ਕਹੀਏ ਕਿ ਪਹਿਲਾਂ ਇਹ ਰੇ ਕਿੱਧਰ ਜਾ ਰਹੀ ਸੀ, ਇੱਧਰ ਜਾ ਰਹੀ ਸੀ, ਹੁਣ ਮੀਡੀਅਮ ਬਦਲ ਗਿਆ, ਥੱਲੇ ਕੀ ਆ, ਇੱਥੋਂ ਮੀਡੀਅਮ ਦੂਸਰਾ ਹੈ ਤੇ ਲਾਈਟ ਥੋੜਾ ਜਿਹਾ ਅੰਦਰ ਨੂੰ ਆ ਗਈ ਮੀਡੀਅਮ। ਸੋ ਸਾਡੇ ਕੋਲੋਂ ਪਹਿਲਾ ਨਿਯਮ ਇੱਥੇ ਇਹ ਬਣਦਾ ਹੈ ਕਿ ਵੈਨ ਲਾਈਟ ਐਂਟਰ ਇਨ ਡੈਂਸਰ ਮੀਡੀਅਮ, ਜਦੋਂ ਲਾਈਟ ਡੈਂਸਰ ਮੀਡੀਅਮ ਦੇ ਵਿੱਚ ਪ੍ਰਵੇਸ਼ ਕਰਦੀ ਆ, ਇਟ ਬੈਂਡ ਟੂਵਰਡਸ ਨੋਰਮਲ, ਇਹ ਜਿਹੜੀ ਆ ਨੋਰਮਲ ਦੇ ਵੱਲ ਮੁੜ ਜਾਂਦੀ ਆ। ਇਹਨੂੰ ਆਪਾਂ ਪੰਜਾਬੀ 'ਚ ਕੀ ਕਿਹਾ ਕਿ ਜਦੋਂ ਲਾਈਟ ਰੇਅਰ ਮੀਡੀਅਮ ਤੋਂ ਡੈਂਸਰ ਮੀਡੀਅਮ ਦੇ ਵਿੱਚ ਪ੍ਰਵੇਸ਼ ਕਰਦੀ ਆ ਤੇ ਉਹਦੀ ਜਿਹੜੀ ਡਾਇਰੈਕਸ਼ਨ ਆ ਉਹ ਥੋੜੀ ਜਿਹੀ ਭਟਕ ਜਾਂਦੀ ਆ, ਵਿਚਲਿਤ ਹੋ ਜਾਂਦੀ ਆ ਤੇ ਉਹ ਕੀ ਆ, ਇਸ ਨੋਰਮਲ ਦੇ ਵੱਲ ਮੁੜ ਜਾਂਦੀ ਆ। ਅਸੀਂ ਪਹਿਲੇ ਨਿਯਮ 'ਚ ਇਹ ਪੜ੍ਹਿਆ। ਹੁਣ ਇਹਦਾ ਉਲਟਾ ਜੇਕਰ ਆਪਾਂ ਇਹ ਕਹੀਏ, ਇੱਥੇ ਆਪਾਂ ਇਹ ਗੱਲ ਕਹੀਏ ਕਿ ਮੰਨ ਲਓ ਉੱਪਰ ਮੀਡੀਅਮ 1 ਤੇ ਨੀਚੇ ਮੀਡੀਅਮ 2, ਇਸ ਕੇਸ ਦੇ ਵਿੱਚ ਆਪਾਂ ਇਹ ਕਹੀਏ ਕਿ ਮੀਡੀਅਮ 1 ਜਿਹੜਾ ਹੈ ਉਹ ਇਜ਼ ਮੋਰ ਡੈਂਸਰ ਦੈਨ ਮੀਡੀਅਮ 2। ਪਹਿਲਾਂ ਆਪਾਂ ਕੀ ਕਿਹਾ ਸੀ, ਮੀਡੀਅਮ 1 ਵਿਰਲਾ ਵਾ ਤੇ ਮੀਡੀਅਮ 2 ਸੰਘਣਾ ਵਾ। ਹੁਣ ਆਪਾਂ ਕਹਿ ਰਹੇ ਹਾਂ ਮੀਡੀਅਮ 1 ਜਿਹੜਾ ਵਾ ਉਹ ਹੁਣ ਆਪਾਂ ਕੀ ਕਹਿ ਰਹੇ ਹਾਂ ਕਿ ਮੀਡੀਅਮ 1 ਕੀ ਆ, ਸੰਘਣਾ ਵਾ, ਮੀਡੀਅਮ 2 ਕੀ ਆ, ਵਿਰਲਾ ਵਾ। ਇੱਥੇ ਕੀ ਸੀ, ਮੀਡੀਅਮ 1 ਵਿਰਲਾ, ਵਿਰਲਾ ਮਤਲਬ ਰੇਅਰ ਸਮਝਣਾ, ਤੇ ਮੀਡੀਅਮ 2 ਸੰਘਣਾ। ਹੁਣ ਆਪਾਂ ਉਲਟਾ ਕਰ ਲਿਆ। ਹੁਣ ਆਪਾਂ ਕਿਹਾ ਕਿ ਇੱਥੇ ਮੈਂ ਇੱਕ ਨੋਰਮਲ ਡਰਾ ਕਰ ਲਿਆ। ਹੁਣ ਮੈਂ ਕਿਹਾ ਕਿ ਲਾਈਟ ਸੰਘਣੇ ਮੀਡੀਅਮ ਦੇ ਵਿੱਚ ਆ ਰਹੀ ਸੀ ਇੱਦਾਂ, ਤੇ ਜੇ ਅੱਗੇ ਮੀਡੀਅਮ ਨਾ ਚੇਂਜ ਹੁੰਦਾ ਤੇ ਇਹ ਲਾਈਟ ਕਿੱਧਰ ਨੂੰ ਜਾਣੀ ਸੀ, ਇੱਦਾਂ ਬਿਲਕੁਲ ਸਿੱਧੀ ਚੱਲ ਜਾਣੀ ਸੀ, ਉਸੇ ਮੀਡੀਅਮ 'ਚ ਉਸੇ ਡਾਇਰੈਕਸ਼ਨ 'ਚ ਤੁਰੀ ਜਾਣੀ ਸੀ। ਪਰ ਹੋਇਆ ਕਿ ਇੱਥੇ ਮੀਡੀਅਮ ਬਦਲ ਗਿਆ। ਇੱਥੇ ਮੀਡੀਅਮ ਬਦਲਣ ਦੇ ਨਾਲ ਕੀ ਹੁੰਦਾ ਵਾ, ਇੱਕ ਤੇ ਲਾਈਟ ਦੀ ਸਪੀਡ ਵੱਧ ਜਾਣੀ ਆ ਕਿਉਂਕਿ ਪਹਿਲਾਂ ਮੀਡੀਅਮ ਸੰਘਣਾ ਸੀ, ਹੁਣ ਮੀਡੀਅਮ ਵਿਰਲਾ ਵਾ। ਇੱਥੇ ਕੀ ਸੀ, ਲਾਈਟ ਜਦੋਂ ਵਿਰਲੇ ਮੀਡੀਅਮ ਤੋਂ ਸੰਘਣੇ ਮੀਡੀਅਮ 'ਚ ਆਉਂਦੀ ਆ ਤੇ ਸਪੀਡ ਵੀ ਘਟ ਜਾਂਦੀ ਆ, ਇੱਕ ਸਪੀਡ ਘਟ ਜਾਂਦੀ ਆ ਤੇ ਦੂਸਰਾ ਨੋਰਮਲ ਦੇ ਵੱਲ ਮੁੜ ਜਾਂਦੀ ਆ। ਤੇ ਇਸ ਕੇਸ ਦੇ ਵਿੱਚ ਲਾਈਟ ਸੰਘਣੇ ਮੀਡੀਅਮ ਤੋਂ ਜਦੋਂ ਵਿਰਲੇ ਮੀਡੀਅਮ 'ਚ ਆਉਂਦੀ ਆ, ਇਹ ਕੀ ਕਰਦੀ ਆ, ਇੱਕ ਤੇ ਇਹਦੀ ਸਪੀਡ ਵੱਧ ਜਾਂਦੀ ਆ, ਇੱਕ ਨੋਰਮਲ ਤੋਂ ਥੋੜਾ ਜਿਹਾ ਦੂਰ ਚਲ ਜਾਂਦੀ ਆ। ਮਤਲਬ ਹੁਣ ਦੇਖੋ ਦੂਰ ਹੋ ਗਈ। ਵੈਸੇ ਇਹਨੇ ਕਿੰਨਾ ਸੀ, ਪਹਿਲਾਂ ਇਹਨੇ ਜੇ ਮੀਡੀਅਮ ਨਾ ਬਦਲਦਾ ਇੱਧਰ ਆਉਣਾ ਸੀ ਇਸ ਰੈੱਡ ਲਾਈਨ ਦੇ ਜ਼ਰੀਏ,
पर ਇਹਨੇ ਉਧਰ ਨਹੀਂ ਗਈ, ਇਹ ਥੋੜਾ ਜਿਹਾ ਦੂਰ ਹੋ ਗਈ। ਸੋ ਅਸੀਂ ਇੱਥੋਂ ਇਹ ਨਿਯਮ ਬਣਾਉਂਦੇ ਆ, ਜਿਹੜੀ ਚੀਜ਼ ਸਿੱਖਣ ਵਾਲੀ ਆ ਕਿ ਜਦੋਂ ਲਾਈਟ ਡੈਂਸਰ ਮੀਡੀਅਮ ਤੋਂ ਰੇਅਰ ਮੀਡੀਅਮ 'ਚ ਜਾਂਦੀ ਆ, ਦੋ ਚੀਜ਼ਾਂ ਦਾ ਬਦਲਾਅ ਆ। ਇੱਕ ਤੇ ਉਹਦਾ ਪਾਥ ਬਦਲ ਗਿਆ, ਪਾਥ ਮਤਲਬ ਉਹ ਨਾਰਮਲ ਦੇ ਨਾਲੋਂ ਥੋੜਾ ਜਿਹਾ ਦੂਰ ਹੋ ਗਈ, ਤੇ ਦੂਸਰਾ ਉਹਦੀ ਸਪੀਡ ਵੱਧ ਜਾਣੀ ਆ, ਜਿਵੇਂ ਅਸੀਂ ਪਹਿਲਾਂ ਹੀ ਡਿਸਕਸ ਕੀਤਾ। ਤੇ ਇੱਥੇ ਆਪਾਂ ਕੀ ਕਿਹਾ ਕਿ ਜਦੋਂ ਲਾਈਟ ਰੇਅਰ ਮੀਡੀਅਮ ਤੋਂ ਡੈਂਸਰ ਮੀਡੀਅਮ 'ਚ ਜਾਣੀ ਆ, ਤੇ ਇੱਥੇ ਵੀ ਦੋ ਕੰਮ ਹੋਏ। ਪਹਿਲਾ ਕੰਮ ਕੀ ਹੋਇਆ ਕਿ ਇਹ ਲਾਈਟ ਥੋੜਾ ਜਿਹਾ ਨਾਰਮਲ ਦੇ ਵੱਲ ਮੁੜ ਜਾਂਦੀ ਆ, ਤੇ ਦੂਸਰਾ ਕਿ ਇਹਦੀ ਸਪੀਡ ਘਟ ਜਾਂਦੀ ਆ। ਹੁਣ ਜਿਹੜੀ ਇਹ ਬੈਂਡਿੰਗ ਆਫ ਲਾਈਟ ਆ ਕਿ ਇੱਥੇ ਲਾਈਟ ਬੈਂਡ ਹੋ ਗਈ, ਮਤਲਬ ਨਾਰਮਲ ਦੇ ਵੱਲ ਬੈਂਡ ਹੋ ਗਈ, ਤੇ ਇੱਥੇ ਲਾਈਟ ਕੀ ਆ ਨਾਰਮਲ ਤੋਂ ਦੂਰ ਚਲੇਗੀ, ਥੋੜਾ ਜਿਹਾ ਦੂਰ ਹੋ ਗਈ। ਇਹ ਕਿਉਂ ਹੁੰਦਾ ਵਾ, ਇਹ ਕਿਸ ਕਰਕੇ ਹੁੰਦਾ ਵਾ? ਇਸ ਨੂੰ ਜ਼ਿਆਦਾ ਅਸੀਂ +2 ਕਲਾਸ ਦੇ ਵਿੱਚ ਵੇਵ ਆਪਟਿਕਸ 'ਚ ਪੜ੍ਹਦੇ ਹਾਂ, ਜਦੋਂ ਅਸੀਂ ਲਾਈਟ ਨੂੰ ਰੇ ਛੱਡ ਕੇ ਵੇਵ ਮੰਨਦੇ ਹਾਂ। ਇਸ ਕਲਾਸ ਦੇ ਵਿੱਚ ਅਸੀਂ ਬੇਸਿਕ ਦੇ ਵਿੱਚ ਅਜੇ ਲਾਈਟ ਨੂੰ ਰੇ ਮੰਨਦੇ ਹਾਂ, ਪ੍ਰਕਾਸ਼ ਦੀ ਕਿਰਨ ਹੀ ਮੰਨ ਰਹੇ ਹਾਂ। ਸੋ ਹੁਣ ਇੱਥੇ ਇਸ ਕੇਸ ਦੇ ਵਿੱਚ ਇਹ ਐਂਗਲ ਕੀ ਹੋਇਆ, ਆਪਾਤੀ ਕੋਣ ਹੋਇਆ, ਇਨਸੀਡੈਂਟ ਐਂਗਲ, ਤੇ ਇਹ ਵਾਲਾ ਐਂਗਲ ਆ ਪੂਰਾ, ਇਹਨੂੰ ਕੀ ਬੋਲਾਂਗੇ, ਰਿਫਰੈਕਟਡ ਐਂਗਲ। ਇੱਥੇ ਵੀ ਰਿਫਰੈਕਟਡ ਐਂਗਲ ਕੀ ਹੋਏਗਾ, ਇਹ ਵਾਲਾ ਆਰ। ਰਿਫਰੈਕਟਡ ਐਂਗਲ ਕਿਹਦੇ ਵਿੱਚ ਬਣਨਾ ਵਾ, ਰਿਫਰੈਕਟਡ ਐਂਗਲ ਬਣਨਾ ਵਾ ਨਾਰਮਲ ਤੇ ਰਿਫਰੈਕਟਡ ਰੇ। ਇਸ ਰੇ ਨੂੰ ਕੀ ਬੋਲਾਂਗੇ, ਰਿਫਰੈਕਟਡ ਰੇ। ਇਸ ਰੇ ਨੂੰ ਵੀ ਕੀ ਬੋਲਾਂਗੇ, ਬਲੂ ਵਾਲੀ ਨੂੰ ਰਿਫਰੈਕਟਡ ਰੇ ਹੀ ਬੋਲਾਂਗੇ। ਸੋ ਰਿਫਰੈਕਟਡ ਰੇ ਤੇ ਨਾਰਮਲ, ਇਹ ਵਾਲਾ ਨਾਰਮਲ, ਨਾਰਮਲ ਇੱਕ ਲੰਬ, ਰਿਫਰੈਕਟਡ ਰੇ ਤੇ ਨਾਰਮਲ ਦੇ ਵਿੱਚ ਜਿਹੜਾ ਕੋਣ ਬਣਦਾ ਉਹਨੂੰ ਕੀ ਬੋਲਦੇ ਆ, ਰਿਫਲੈਕਟਡ ਐਂਗਲ। ਇੱਥੇ ਇਨਸੀਡੈਂਟ ਰੇ ਤੇ ਨਾਰਮਲ ਦੇ ਵਿੱਚ ਜਿਹੜਾ ਕੋਣ ਬਣਦਾ ਹੈ ਉਹਨੂੰ ਕੀ ਬੋਲਦੇ ਆਪਾਂ, ਇਨਸੀਡੈਂਸ ਜਾਂ ਇਨਸੀਡੈਂਟ ਐਂਗਲ। ਸੋ ਇਹ ਯਾਦ ਰੱਖਣਾ। ਇੱਥੇ ਆਪਾਂ ਪਹਿਲਾ ਨਿਯਮ ਕਲੀਅਰ ਕੀਤਾ ਹੈ, ਮੈਂ ਫਿਰ ਦੁਬਾਰਾ ਇੱਕ ਵਾਰੀ ਇਹਨੂੰ ਰਿਵਾਈਜ਼ ਕਰਵਾ ਦਿੰਦਾ ਕਿ ਜਦੋਂ ਵੀ ਲਾਈਟ ਇੱਕ ਮੀਡੀਅਮ ਤੋਂ ਦੂਸਰੇ ਮੀਡੀਅਮ ਦੇ ਵਿੱਚ ਜਾਂਦੀ ਆ, ਤੇ ਇੱਕ ਤਾਂ ਉਹਦੀ ਸਪੀਡ ਦਾ ਫਰਕ ਪੈ ਜਾਂਦਾ, ਇੱਕ ਉਹ ਆਪਣੀ ਓਰੀਜਨਲ ਡਾਇਰੈਕਸ਼ਨ ਤੋਂ ਹਟ ਜਾਂਦੀ ਆ। ਤੇ ਜੇ ਉਹ ਨਾਰਮਲ ਦੇ ਵੱਲ ਮੁੜਦੀ ਆ, ਇਹਦਾ ਮਤਲਬ ਅਗਲਾ ਮੀਡੀਅਮ ਕੀ ਆ, ਸੰਘਣਾ ਵਾ। ਤੇ ਜੇਕਰ ਉਹ ਨਾਰਮਲ ਤੋਂ ਥੋੜਾ ਜਿਹਾ ਪਰੇ ਹੋ ਜਾਂਦੀ ਆ, ਤੇ ਅਸੀਂ ਕੀ ਕਹਿੰਦੇ ਆ, ਅਗਲਾ ਮੀਡੀਅਮ ਵਿਰਲਾ ਹੈ, ਮਤਲਬ ਰੇਅਰ ਹੈ। ਹੁਣ ਸਾਡਾ ਇਹ ਪਹਿਲਾ ਨਿਯਮ ਆ। ਉਸ ਬਾਅਦ ਵਿੱਚ ਅਸੀਂ ਰਿਫਰੈਕਸ਼ਨ ਦਾ ਦੂਸਰਾ ਨਿਯਮ ਸਿੱਖਦੇ ਹਾਂ। ਦੂਸਰੇ ਨਿਯਮ ਦੇ ਵਿੱਚ ਅਸੀਂ ਇਹ ਗੱਲ ਕਹਿੰਦੇ ਆ ਕਿ ਇਨਸੀਡੈਂਟ ਰੇ ਆ ਜਿਹੜੀ, ਤੇ ਨਾਰਮਲ ਤੇ ਰਿਫਰੈਕਟਡ ਰੇ। ਰਿਫਰੈਕਟਡ ਰੇ ਮਤਲਬ ਜਿਹੜੀ ਦੂਸਰੇ ਮੀਡੀਅਮ ਦੇ ਵਿੱਚ ਗਈ ਆ, ਇਹ ਤਿੰਨੋਂ ਕੀ ਆ, ਸੇਮ ਪਲੇਨ ਦੇ ਵਿੱਚ ਆ। ਜਿਵੇਂ ਅਸੀਂ ਰਿਫਲੈਕਸ਼ਨ ਦੇ ਵਿੱਚ ਇਹ ਗੱਲ ਕਹੀ ਸੀ ਕਿ ਇਨਸੀਡੈਂਟ ਰੇ, ਉੱਥੇ ਰਿਫਲੈਕਸ਼ਨ ਦੇ ਕੇਸ ਵਿੱਚ ਆਪਾਂ ਰਿਫਲੈਕਟਡ ਰੇ ਕਹੀ ਸੀ, ਜਿਹੜੀ ਵਾਪਸ ਆ ਗਈ ਸੀ, ਕਿ ਇਨਸੀਡੈਂਟ ਰੇ, ਰਿਫਲੈਕਟਡ ਰੇ ਤੇ ਨਾਰਮਲ ਕੀ ਆ, ਸੇਮ ਪਲੇਨ ਵਿੱਚ ਆ। ਪਰ ਇਸ ਕੇਸ ਦੇ ਵਿੱਚ ਆਪਾਂ ਕੀ ਕਹਿ ਰਹੇ ਹਾਂ, ਇਨਸੀਡੈਂਟ ਰੇ, ਨਾਰਮਲ ਤੇ ਤੀਸਰਾ ਬਦਲ ਗਿਆ, ਹੁਣ ਇੱਥੇ ਕੀ ਆ, ਰਿਫਰੈਕਟਡ ਰੇ। ਇਹ ਤਿੰਨੋਂ ਕੀ ਆ, ਸੇਮ ਪਲੇਨ ਵਿੱਚ ਲਾਈ ਕਰਨਗੀਆਂ। ਸੇਮ ਪਲੇਨ ਮਤਲਬ ਜਿਵੇਂ ਮੈਂ ਕਹਾਂ ਕਿ ਇਹ ਮੇਰਾ ਹੱਥ ਇੱਕ ਇੰਟਰਫੇਸ ਆ ਦੋ ਮੀਡੀਅਮ ਦੇ ਵਿਚਕਾਰ, ਉੱਪਰ ਹਵਾ ਹੈ ਤੇ ਨੀਚੇ ਕੋਈ ਦੂਸਰਾ ਮੀਡੀਅਮ ਹੈ। ਤੇ ਫਿਰ ਜੇ ਇਸ ਤਰ੍ਹਾਂ ਹੋਏਗਾ ਤੇ ਮੈਂ ਕਹਿੰਦਾ ਕਿ ਮੰਨ ਲਓ ਇਹ ਦੋਨਾਂ ਮੀਡੀਅਮ ਦੇ ਵਿੱਚ ਇੱਕ ਨਾਰਮਲ ਡਰਾ ਕਰਤਾ, ਤੇ ਨਾਰਮਲ ਡਰਾ ਕਰਾਂਗਾ। ਜੇ ਕਹਾਂਗਾ ਕਿ ਮੰਨ ਲਓ ਇਹ ਇਨਸੀਡੈਂਟ ਰੇ ਆਈ, ਇੱਧਰੋਂ ਇਨਸੀਡੈਂਟ ਰੇ ਆਈ, ਹੁਣ ਇਹ ਕੀ ਬਣੇਗਾ, ਇਨਸੀਡੈਂਟ ਐਂਗਲ ਬਣੇਗਾ, ਤੇ ਨੀਚੇ ਰਿਫਲੈਕਟਡ ਰੇ ਬਣੇਗੀ। ਜੇ ਮੀਡੀਅਮ ਡੈਂਸਰ ਹੋਏਗਾ, ਰੇਅਰ ਹੋਏਗਾ, ਉਹਦੇ ਮੁਤਾਬਕ ਇਹ ਬੈਂਡ ਹੋ ਜਾਏਗੀ ਜਾਂ ਅਵੇ ਚਲੀ ਜਾਏਗੀ। ਹੁਣ ਇਹ ਤਿੰਨੋਂ ਜਿਹੜੇ ਆ ਇਹ ਇੱਕੋ ਪਲੇਨ ਵਿੱਚ ਹੋਏਗਾ। ਇੱਕੋ ਪਲੇਨ ਦਾ ਮਤਲਬ ਆ ਕਿ ਜੇਕਰ ਇਹਨਾਂ ਤਿੰਨਾਂ ਦੇ ਪਿੱਛੇ ਮੈਂ ਇੱਕ ਪੇਜ ਰੱਖ ਦੇਵਾਂ, ਇੱਕ ਕਾਪੀ ਦਾ ਪੇਜ ਜਾਂ ਕੋਈ ਵੀ 2 ਡਾਇਮੈਂਸ਼ਨਲ ਚੀਜ਼ ਰੱਖ ਦੇਵਾਂ, ਤਾਂ ਇਹ ਉਹਦੇ ਉੱਪਰ ਲਾਈ ਕਰ ਜਾਣਗੇ, ਇੱਕੋ ਪਲੇਨ ਦੇ ਉੱਪਰ ਹੀ ਲਾਈ ਕਰ ਜਾਣਗੇ। ਇਸ ਤਰੀਕੇ ਨਾਲ ਕੀ ਆ, ਇਹ ਇੱਕੋ ਪਲੇਨ ਦੇ ਉੱਪਰ ਆ ਜਾਣਗੇ। ਨਿਯਮ ਜਿਸ ਨੂੰ ਕਿ ਅਸੀਂ ਸਨੈਲਸ ਲਾ ਦੇ ਨਾਲ ਵੀ ਜਾਣਦੇ ਹਾਂ। ਸੋ ਥਰਡ ਨਿਯਮ, ਸਨੈਲਸ ਲਾ। ਸਨੈਲਸ ਲਾ ਨੂੰ ਅਸੀਂ ਪ੍ਰੈਕਟੀਕਲੀ ਸਿੱਖਦੇ ਹਾਂ ਕਿ ਸਨੈਲਸ ਨੇ ਕੀ ਨੋਟ ਕੀਤਾ। ਸਨੈਲਸ ਨੇ ਬਾਰ-ਬਾਰ ਆਬਜ਼ਰਵੇਸ਼ਨ ਕੀਤੀਆਂ ਕਿ ਮੰਨ ਲਓ ਉੱਪਰ ਇੱਕ ਮੀਡੀਅਮ ਹੈ M1 ਤੇ ਨੀਚੇ ਇੱਕ ਮੀਡੀਅਮ ਹੈ M2, ਤੇ ਦੋਨਾਂ ਦੇ ਵਿੱਚ ਇੱਕ ਨਾਰਮਲ ਹੈ। ਹੁਣ ਮੰਨ ਲਓ ਇੱਥੋਂ ਕੋਈ ਇਨਸੀਡੈਂਟ ਰੇ ਆਈ, ਤੇ ਨੀਚੇ ਜੇਕਰ ਨੀਚੇ ਮੀਡੀਅਮ ਡੈਂਸਰ ਹੋਏਗਾ ਤਾਂ ਇਹ ਇਨਸੀਡੈਂਟ ਰੇ ਕੀ ਆ, ਥੋੜਾ ਜਿਹਾ ਨਾਰਮਲ ਦੇ ਵੱਲ ਮੁੜ ਜਾਏਗੀ। ਆਪਾਂ ਕਿਹਾ ਕਿ ਇਹ ਇਨਸੀਡੈਂਟ ਰੇ ਕੀ ਆ, ਨਾਰਮਲ ਦੇ ਵੱਲ ਮੁੜ ਗਈ। ਹੁਣ ਇਹਨੂੰ ਕੀ ਕਿਹਾ ਸੀ, ਇਨਸੀਡੈਂਟ ਐਂਗਲ, ਤੇ ਇਹਨੂੰ ਕੀ ਕਿਹਾ ਸੀ, ਰਿਫਰੈਕਟਡ ਐਂਗਲ। ਸਨੈਲਸ ਨੇ ਇਸ ਤਰੀਕੇ ਨਾਲ
दो मीडियम ਦੇ ਵਿੱਚ ਲਾਈਟ ਨੂੰ ਪਾਸ ਕਰਾ ਕੇ ਇੱਕ ਆਬਜ਼ਰਵੇਸ਼ਨ ਨੋਟ ਕੀਤੀ। ਉਹਨੇ एंगल आई भी नोट कर लिया तो एंगल आर भी नोट कर लिया। मान लो असीं इदां भी कह सकते हैं कि आई 30 डिग्री आ तो आर 20 डिग्री आ जां 15 डिग्री है, कोई भी वैल्यू लै सकते हैं। उसने की कीता कि इहदा साइन आई बटा साइन आर कढ़िया। साइन की आ? साइन एक ट्रिग्नोमैट्री का फंक्शन आ, एक मैथमैटिक्स की ब्रांच है ट्रिग्नोमैट्री, जिहदे विच असीं साइन थीटा, कॉस थीटा, टैन थीटा यूज़ करते हैं। तो साइन मैं इत्थे समझा दिंदा कि जिवें मान लो कोई भी एंगल आ साडे कोलों, मान लो इत्थे 30 डिग्री एंगल आ तो 30 डिग्री एंगल के अगे असीं जेकर साइन लगा दांगे तो असीं साइन के टेबल दे विच, साइन का साडे कोलों एक टेबल आ, असीं साइन के टेबल दे विच हुण वैल्यू देखांगे तो जिवें मान लो वैल्यू आ गई एक्स। इस तरीके नाल जिवें साडे कोलों असीं कहीए 90 डिग्री की साइन वैल्यू की आ तो सानूं पता है कि 90 डिग्री की साइन वैल्यू हुंदी है +1। इस तरीके नाल सानूं कहा जाए 0 डिग्री की साइन वैल्यू की आ तो सानूं पता कि 0 डिग्री की साइन जिहड़ी आ वैल्यू वो 0 ही हुंदी आ। मेरे कहण दा मतलब आ कि साइन एक ऑपरेटर आ जिहड़ा कि एंगल की वैल्यू नूं चेंज कर दिंदा वा। जिवें इत्थे 90 डिग्री की वैल्यू नूं साइन ने चेंज करता +1 दे विच, इस तरीके नाल किसी भी एंगल के अगे साइन थीटा लग जाए जां साइन लग जाए तो उहदी वैल्यू चेंज हो जाती आ। इस तरीके नाल उहने स्नैल्स ने की कीता, इत्थे जिहड़ा आई एंगल सी ਉਹਦਾ साइन वेख लिया तो आर एंगल का भी साइन देख लिया। उन्हें की देखा कि हुण जो मैं साइन आई की वैल्यू देखता वा, मान लो एक्स आई तो यदी वैल्यू की आ गई वाई आ गई। एक्स तो वाई मेरे कहने का मतलब की है कि तुसीं जो इंसीडेंट एंगल मान लो, जिवें उदाहरण के तौर पर मैं ये गल कहना कि साइन उपर मान लो एंगल 30 डिग्री आ तो नीचे साइन 20 आ। हुण साइन 30 की कोई वैल्यू होएगी, असीं टेबल तो वेख लांगे। मान लो कि ये वैल्यू कितनी आ एक्स वा तो साइन 20 की भी असीं टेबल तो वैल्यू देख लांगे तो ये वैल्यू मान लो वाई आ। हुण एक्स बटा वाई करूँगा तो कोई ना कोई रकम तो आएगी तो वो रकम असीं कहता कि मान लो मैं एक कॉन्सटेंट ला लिया, ए ला लिया, मैं इनू बोलदा वां ईटा। इनू असीं एक ग्रीक लैटर आ, इनू असीं ईटा बोलते हैं। मतलब कि मैं वैसे कोई कॉन्सटेंट लगा लिया इत्थे, मैं भावें ए लगा लैंदा, बी लगा लैंदा, मैं ईटा लगा लिया क्योंकि ज़्यादा बुक्स जिहड़ियां वा वो ईटा ही यूज़ करदियां वा। हुण इधर वापस आउंदे आ कि स्नैल्स ने इंसीडेंट एंगल का साइन कढ लिया तो रिफ्रैक्टेड एंगल का भी साइन कढ लिया तो उन्हें जिहड़ी वैल्यू आई दोनों नूं डिवाइड करके तो इत्थे देखिया कोई ना कोई अंक आ गया। हुण कोई ना कोई अंक आ गया मतलब कोई डिजिट आ गया। स्नैल्स ने हुण दूसरी वारी की कीता कि इंसीडेंट एंगल बदल दिता, मीडियम नहीं बदले, मीडियम उही रहे जिहड़े पहलां सी। हुण मान लो कि उपर मीडियम 1 तो नीचे मीडियम 2। मान लो जां मैं इदां कहां कि जिवें पहलां उन्हें इत्थे 30 डिग्री लिया तो उन्हें नोट किया 20 डिग्री आ, हुण उन्हें यह वाला 30 डिग्री का एंगल बदलता, जां उन्हें वधाता जां उन्हें घटाता। आपां इदां कहता कि मान लो ये एंगल घटाता, घटा के असीं जनरल वैल्यू लिखांगे कि मान लो हुण जिहड़ा एंगल आ वो घट के I2 रह गया। हुण इहदे ही विद रिस्पैक्ट की आ एक रिफ्रैक्टेड रे जानी आ ते ओ R2। उन्हें फिर ए वाला एंगल I2 ते ए वाला एंगल R2 की साइन वैल्यू देखी। उन्हें की कीता कि इस केस दे विच अगेन साइन I2 बटा साइन R2 किया। I2 मतलब जिहड़ा एंगल इत्थे बनेगा, R2 मतलब जिहड़ा एंगल इत्थे बनिया। फिर उन्हें इनू सॉल्व किया, मतलब जिहड़ी वैल्यू आई जिद्दां इत्थे वैल्यू आई सी एक्स बटा वाई, उन्होंने फिर डिवाइड कर लिया तो इनू सॉल्व करके उहदे कोलों जिहड़ा जवाब आया उन्हें देखा कि जवाब किहड़ा आ रहा है, जिहड़ी वैल्यू उपर आ रही है ना उही वैल्यू हुण आ रही है। मान लो कि जे उपर पहला इनू सॉल्व करके साडे कोलों मान लो 0.7 आया वा, सॉल्व करके उन्हें देखा कि सैकेंड टाइम मैं की कीता वा एंगल बदलते आ, पर जो मैं इनू नवे एंगलों के नाल साइन की वैल्यू देख के डिवाइड करदा वां, उपर नीचे डिवाइड करदा वां तो ये अगेन की आ रहा वा उही वैल्यू आ रही है जिहड़ी पहला आई सी। उन्हें तीसरी बारी फेर किया, उन्हें ये ऑब्जरवेशन तीसरी बारी फेर की कि मैनू कोई भुलेखा ना लग रहा होवे। उन्हें फिर उही मीडियम रखे, मीडियम 1 तो मीडियम 2, वो मीडियम नू नहीं सी बदल रहा। उन्हें तीसरी बारी फिर एक इंसीडेंट रे पाई तो रिफ्रैक्टेड रे आई। हुण उन्हें फिर एंगल बदलता I3 तो R3।
ਹੁਣ ਇਹਨਾਂ ਨਵੇਂ ਐਂਗਲਸ ਦੇ ਨਾਲ ਉਹਨੇ ਸਾਈਨ I3 ਬਟਾ ਸਾਈਨ R3 ਕੀਤਾ, ਤੇ ਜਦੋਂ ਸੋਲਵ ਕੀਤਾ ਤੇ ਫਿਰ ਉਹੀ ਵੈਲਿਊ ਆਈ ਜਿਹੜੀ ਪਹਿਲੇ ਕੇਸ 'ਚ ਆਈ ਸੀ, ਦੂਸਰੇ ਕੇਸ 'ਚ ਆਈ ਸੀ। ਜਿਵੇਂ ਕਿ ਅਸੀਂ ਉਦਾਹਰਨ ਦੇ ਤੌਰ ਤੇ 0.7 ਕਿਹਾ ਵਾ। ਮੇਰੇ ਕਹਿਣ ਦਾ ਮਤਲਬ ਆ ਕਿ ਹਰ ਕੇਸ ਦੇ ਵਿੱਚ ਜਿਹੜਾ ਇੱਥੇ ਡਿਜਿਟ ਆ ਰਿਹਾ ਉਹੀ ਡਿਜਿਟ ਇੱਥੇ ਆ ਰਿਹਾ ਵਾ, ਤੇ ਉਹੀ ਡਿਜਿਟ ਇੱਥੇ ਆ ਰਿਹਾ। ਹਰ ਕੇਸ ਦੇ ਵਿੱਚ ਸੇਮ ਡਿਜਿਟ ਆ ਰਿਹਾ ਵਾ। ਹੁਣ ਜੇ ਹਰ ਕੇਸ ਦੇ ਵਿੱਚ ਸੇਮ ਡਿਜਿਟ ਆ ਰਿਹਾ ਵਾ ਤੇ ਆਪਾਂ ਇਹਨੂੰ ਕੀ ਲਿਖਦੇ ਆ? ਆਪਾਂ ਇਹਨੂੰ ਲਿਖ ਦਿੰਦੇ ਆ ਈਟਾ, ਜਨਰਲ ਲਿਖ ਦਿੰਦੇ ਆ ਹੁਣ ਈਟਾ, ਕਿਉਂਕਿ ਸਾਨੂੰ ਹੁਣ ਅਸੀਂ 0.7 ਨੂੰ ਸਿਰਫ ਇੱਕ ਸਮਝਣ ਵਾਸਤੇ ਲਿਆ ਸੀ। ਮੈਂ ਇੱਥੋਂ ਕੱਟ ਦਿੰਦਾ ਹੁਣ ਇਹਨੂੰ ਕੀ ਲਿਖਾਂਗੇ? ਈਟਾ ਲਿਖਾਂਗੇ। ਹਰ ਕੇਸ ਦੇ ਵਿੱਚ ਇੱਕੋ ਹੀ ਚੀਜ਼ ਆ ਰਹੀ ਆ, ਈਟਾ। ਹੁਣ ਦੇਖੋ, ਜੇ ਇਹ ਪ੍ਰੈਕਟੀਕਲ ਤੁਹਾਡੇ ਸਾਹਮਣੇ ਹੋ ਰਿਹਾ ਹੁੰਦਾ ਜਾਂ ਤੁਸੀਂ ਖੁਦ ਕਰ ਰਹੇ ਹੁੰਦੇ ਤੇ ਤੁਸੀਂ ਕੀ ਸੋਚਦੇ ਕਿ ਕਿਉਂਕਿ ਤੁਸੀਂ ਕਰ ਕੀ ਰਹੇ ਜੋ, ਤੁਸੀਂ ਦੋ ਮੀਡੀਅਮ ਲੈ ਕੇ ਐਂਗਲ ਬਦਲ ਰਹੇ ਜੋ, ਫਿਰ ਤੁਸੀਂ ਕੀ ਕਰਦੇ? ਸਾਈਨ I ਸਾਈਨ R2 ਕਰਦੇ ਪਏ ਜੋ, ਤੇ ਜਦੋਂ ਇਹਨੂੰ ਸੋਲਵ ਕਰਕੇ ਦੇਖਦੇ ਜੋ ਤੇ ਤੁਹਾਡੇ ਕੋਲੋਂ ਜਿਹੜੀ ਵੈਲਿਊ ਆ ਰਹੀ ਆ ਇੱਥੇ, ਇੱਥੇ ਤੇ ਇੱਥੇ ਜਾਂ ਇੱਥੇ, ਉਹ ਹਰ ਕੇਸ ਦੇ ਵਿੱਚ ਸੇਮ ਆ ਰਹੀ ਆ। ਇਹ ਸਭ ਤੋਂ ਜ਼ਿਆਦਾ ਇਹਦੇ ਵਿੱਚ ਵਿਚਿੱਤਰ ਗੱਲ ਸੀ, ਹੈਰਾਨੀਜਨਕ ਗੱਲ ਸੀ ਕਿ ਮੈਂ ਐਂਗਲ ਵੀ ਬਦਲਦਾ ਵਾਂ ਪਰ ਮੇਰੀ ਹਰ ਵੈਲਿਊ ਜਿਹੜੀ ਆ ਉਹ ਸੇਮ ਕਿਉਂ ਆ ਰਹੀ ਆ। ਉਹਨੇ ਕਿਹਾ ਜੇ ਹਰ ਕੇਸ ਦੇ ਵਿੱਚ ਵੈਲਿਊ ਸੇਮ ਆ ਰਹੀ ਆ ਤੇ ਫਿਰ ਇਹਦਾ ਮਤਲਬ ਇਹ ਜਿਹੜਾ ਅੰਕ ਵਾ, ਜਿਹੜਾ ਅੰਕ ਇਹ ਆ ਰਿਹਾ ਵਾ, ਮੰਨ ਲਓ ਕਿਸੇ ਕੇਸ ਦੇ ਵਿੱਚ 0.5 ਆ ਰਿਹਾ ਵਾ, ਕਿਸੇ ਕੇਸ 'ਚ 0.3 ਆ ਰਿਹਾ, ਕਿਸੇ ਕੇਸ 'ਚ 0.2 ਆ ਰਿਹਾ। ਉਹਨੇ ਕਿਹਾ ਜਿਹੜਾ ਇਹ ਅੰਕ ਆ ਇਹ ਕੁਝ ਨਾ ਕੁਝ ਤੇ ਖਾਸ ਹੋਏਗਾ, ਇਹ ਸਾਨੂੰ ਕੁਝ ਨਾ ਕੁਝ ਤੇ ਸੂਚਨਾ ਦਿੰਦਾ ਹੋਏਗਾ, ਕਿਉਂਕਿ ਮੈਂ ਇੰਨੇ ਐਂਗਲ ਬਦਲ ਰਿਹਾ ਵਾਂ ਇਹ ਫਿਰ ਵੀ ਨਹੀਂ ਬਦਲਦਾ। ਸੋ ਉਹਨੇ ਇਸ ਅੰਕ ਨੂੰ ਕੁਝ ਖਾਸ ਸਮਝਿਆ। ਉਹਨੇ ਕਿਹਾ ਕਿ ਇਹ ਅੰਕ ਕੁਝ ਨਾ ਕੁਝ ਤੇ ਸਾਨੂੰ ਸੂਚਨਾ ਦੇ ਰਿਹਾ ਵਾ, ਤੇ ਉਹ ਸੂਚਨਾ ਕਿਹੜੀ ਆ ਇਹ ਸਾਨੂੰ ਹੁਣ ਲੱਭਣ ਦੀ ਜ਼ਰੂਰਤ ਆ, ਕਿਉਂਕਿ ਇਹ ਅੰਕ ਬਦਲ ਨਹੀਂ ਰਿਹਾ। ਬਾਅਦ ਵਿੱਚ ਉਹਨੇ ਇਸ ਅੰਕ ਨੂੰ ਰਿਫਰੈਕਟਿਵ ਇੰਡੈਕਸ ਕਿਹਾ। ਰਿਫਰੈਕਟਿਵ ਇੰਡੈਕਸ ਮਤਲਬ ਜਨਰਲ ਗੱਲ ਕਰੀਏ ਤੇ ਉਹਨੇ ਕਿਹਾ ਕਿ ਸਾਈਨ I ਬਟਾ ਸਾਈਨ R ਇਜ਼ ਰਿਫਰੈਕਟਿਵ ਇੰਡੈਕਸ ਈਟਾ। ਅਪਵਰਤਨ ਅੰਕ ਬੋਲਦੇ ਅਸੀਂ ਇਹਨੂੰ ਪੰਜਾਬੀ ਵਿੱਚ, ਅਪਵਰਤਨ ਅੰਕ ਈਟਾ ਦੇ ਨਾਲ ਵੀ ਲਿਖ ਦਿੰਦੀਆਂ, ਤੇ ਕਈ ਬੁੱਕਸ ਕੀ ਆ ਇਹਨੂੰ ਮਿਊ ਨਾਲ ਲਿਖਦੀਆਂ ਵਾ। ਮੇਰੇ ਕਹਿਣ ਦਾ ਮਤਲਬ ਕਿ ਕਈ ਬੁੱਕਸ ਇਹਨੂੰ ਈਟਾ ਨਾਲ ਲਿਖ ਦਿੰਦੀਆਂ, ਕਈ ਬੁੱਕਸ ਇਹਨੂੰ ਮਿਊ ਨਾਲ ਲਿਖ ਦਿੰਦੀਆਂ। ਵੈਸੇ ਇਹਦਾ ਕੋਈ ਖਾਸ ਨਹੀਂ ਆ, ਕਿਉਂਕਿ ਹੈ ਤੇ ਇਹ ਇੱਕ ਕੌਂਸਟੈਂਟ ਹੀ ਆ, ਅਸੀਂ ਹੋਰ ਵੀ ਕੋਈ ਲਗਾ ਸਕਦੇ ਸੀ। ਹੁਣ ਜਿਵੇਂ ਕਿਹਾ ਕਿ ਇਹ ਇੱਕ ਕੌਂਸਟੈਂਟ ਆ ਰਿਹਾ ਹੈ, ਤੇ ਨਾਲ ਹੀ ਮੈਂ ਦੂਸਰਾ ਕਿਹਾ ਕਿ ਇਹ ਡੈਫੀਨੇਟਲੀ ਸਾਨੂੰ ਕੋਈ ਨਾ ਕੋਈ ਇਹ ਸੂਚਨਾ ਦਿੰਦਾ ਹੈ। ਹੁਣ ਅਸੀਂ ਇਹ ਗੱਲ ਕਰੀਏ ਕਿ ਇਹ ਜਿਹੜਾ ਕੌਂਸਟੈਂਟ ਆ ਇਹ ਕਿਸ ਚੀਜ਼ ਨੂੰ ਰਿਫਲੈਕਟ ਕਰ ਰਿਹਾ ਵਾ, ਕਿਸ ਸੂਚਨਾ ਨੂੰ ਮਤਲਬ ਇਸ਼ਾਰਾ ਕਰ ਰਿਹਾ ਵਾ। ਕੋਈ ਨਾ ਕੋਈ ਤਾਂ ਸੂਚਨਾ ਹੋਏਗੀ ਜਿਹਨੂੰ ਇਹ ਇਸ਼ਾਰਾ ਕਰ ਰਿਹਾ ਵਾ, ਤੇ ਉਹ ਸੂਚਨਾ ਕੀ ਸੀ? ਰਿਫਰੈਕਟਿਵ ਇੰਡੈਕਸ। ਤੇ ਰਿਫਰੈਕਟਿਵ ਇੰਡੈਕਸ ਕੀ ਆ? ਰਿਫਰੈਕਟਿਵ ਇੰਡੈਕਸ ਵਾ ਇੱਕ ਸਾਡੇ ਕੋਲੋਂ ਸਕੇਲ ਆ, ਅਸੀਂ ਇੱਕ ਸਕੇਲ ਬਣਾਇਆ ਹੋਇਆ, ਜਿਵੇਂ ਅਸੀਂ ਲੈਂਥ ਨੂੰ ਕਾਹਦੇ ਨਾਲ ਨਾਪਦੇ ਹਾਂ? ਕਿਲੋਮੀਟਰ ਦੇ ਨਾਲ ਨਾਪਦੇ ਹਾਂ। ਤੇ ਰਿਫਰੈਕਟਿਵ ਇੰਡੈਕਸ ਇਸੇ ਤਰੀਕੇ ਨਾਲ ਸਾਡੇ ਕੋਲੋਂ ਇੱਕ ਸਕੇਲ ਆ ਜਿਹਦੇ ਵਿੱਚ ਅਸੀਂ ਕਿਸੇ ਮੀਡੀਅਮ ਨੂੰ ਦੱਸ ਸਕਦੇ ਹਾਂ ਕਿ ਉਹ ਡੈਂਸਰ ਆ ਕਿ ਰੇਅਰ ਆ। ਅਸੀਂ ਇਸ ਰਿਫਰੈਕਟਿਵ ਇੰਡੈਕਸ ਤੋਂ ਸਾਨੂੰ ਇਸੇ ਚੀਜ਼ ਦਾ ਹੀ ਅੰਦਾਜ਼ਾ ਹੁੰਦਾ ਹੈ ਕਿ ਕੋਈ ਮੀਡੀਅਮ ਡੈਂਸਰ ਹੈ ਜਾਂ ਰੇਅਰ ਹੈ। ਬਾਅਦ ਵਿੱਚ ਸਨੈਲਸ ਨੇ ਇਸ ਰਿਫਰੈਕਟਿਵ ਇੰਡੈਕਸ ਨੂੰ, ਇਸ ਸਥਿਰ ਅੰਕ ਨੂੰ ਜਾਂ ਅਪਵਰਤਨ ਅੰਕ ਨੂੰ, ਮੈਂ ਇੱਥੇ ਲਿਖ ਦਿੰਦਾ ਕਿ ਰਿਫਰੈਕਟਿਵ ਇੰਡੈਕਸ ਮਤਲਬ ਪੰਜਾਬੀ ਦੇ ਵਿੱਚ ਅਪਵਰਤਨ ਅੰਕ। ਹੁਣ ਸਨੈਲ ਨੇ ਇਸ ਰਿਫਰੈਕਟਿਵ ਇੰਡੈਕਸ ਨੂੰ ਸਪੀਡ ਆਫ ਲਾਈਟ ਦੇ ਨਾਲ ਵੀ ਕੋਰਿਲੇਟ ਕਰ ਲਿਆ। ਉਹਨੇ ਕਿਹਾ ਕਿ ਮੰਨ ਲਓ ਉੱਪਰ ਵਾਲਾ ਮੀਡੀਅਮ ਕੀ ਆ? ਹਵਾ ਵਾ, ਏਅਰ ਆ, ਤੇ ਨੀਚੇ ਵਾਲਾ ਕੋਈ ਮੀਡੀਅਮ ਦੂਸਰਾ ਹੈ, ਮਤਲਬ ਪਾਣੀ ਵੀ ਹੋ ਸਕਦਾ, ਕੱਚ ਵੀ ਹੋ ਸਕਦਾ, ਕੋਈ ਵੀ ਹੋ ਸਕਦਾ, ਮਤਲਬ ਕੋਈ ਹੋਰ ਮੀਡੀਅਮ ਆ ਜਿਹੜਾ ਕਿ ਹਵਾ ਨਹੀਂ ਆ, ਆਪਾਂ M2 ਹੀ ਲਿਖ ਦਿੰਦੇ ਆ। ਉਹਨੇ ਕਿਹਾ ਕਿ ਇਹਦੇ ਵਿੱਚ, ਇਸ ਮੀਡੀਅਮ ਦੇ ਵਿੱਚ ਰੋਸ਼ਨੀ ਕਿਸ ਸਪੀਡ ਦੇ ਨਾਲ ਆਈ ਆ, ਤੇ ਉਹਨੇ ਕਿਹਾ ਕਿ ਰੋਸ਼ਨੀ ਦੀ ਮੰਨ ਲਓ ਸਪੀਡ ਹੈਗੀ ਆ c। ਅਸੀਂ ਇੱਕ ਰਿਜ਼ਰਵ ਲੈਟਰ ਰੱਖਿਆ ਵਾ, ਮਤਲਬ ਅਸੀਂ c ਹੀ ਲਿਖਦੇ ਹਾਂ। c ਦਾ ਮਤਲਬ ਕੀ ਹੁੰਦਾ ਵਾ ਫਿਜ਼ਿਕਸ ਦੇ ਵਿੱਚ? ਸਪੀਡ ਆਫ ਲਾਈਟ ਇਨ ਵੈਕਿਊਮ ਜਾਂ 에ਅਰ, ਮਤਲਬ ਹਵਾ ਦੇ ਵਿੱਚ ਜਾਂ ਵੈਕਿਊਮ ਦੇ ਵਿੱਚ ਜਿਸ ਰਫ਼ਤਾਰ ਦੇ ਨਾਲ ਪ੍ਰਕਾਸ਼ ਜਿਹੜਾ ਵਾ ਉਹ ਗੁਜ਼ਰਦਾ ਵਾ, ਟਰੈਵਲ ਕਰਦਾ ਵਾ, ਉਹਨੂੰ ਅਸੀਂ c ਨਾਲ ਲਿਖਦੇ ਹਾਂ। ਤੇ ਸਾਡੇ ਕੋਲੋਂ ਵੈਸੇ c ਦੀ ਵੈਲਿਊ ਹੁੰਦੀ ਆ ਫਿਜ਼ਿਕਸ ਦੇ ਵਿੱਚ ਅਸੀਂ 3 ਗੁਣਾ 10 ਦੀ ਪਾਵਰ 8 ਮੀਟਰ ਪਰ ਸੈਕਿੰਡ। ਇਹਦਾ ਮਤਲਬ ਕੀ ਹੋਇਆ? 3 ਦੇ ਨਾਲ 8 ਜ਼ੀਰੋਆਂ ਲੱਗਣਗੀਆਂ, ਇੰਨੇ ਮੀਟਰ 1 ਸੈਕਿੰਡ ਦੇ ਵਿੱਚ ਲਾਈਟ ਜਿਹੜੀ ਆ ਕਵਰ ਕਰ ਜਾਂਦੀ ਆ।
ਹੁਣ ਉਹਨੇ ਜਦੋਂ ਦੋਨਾਂ ਸਪੀਡਸ ਨੂੰ ਕੰਪੇਅਰ ਕੀਤਾ, ਡਿਵਾਈਡ ਕੀਤਾ ਕਿ ਪਹਿਲਾਂ ਉੱਪਰ ਵਾਲੇ 'ਚ ਨੋਟ ਕਰ ਲਈ ਫਿਰ ਨੀਚੇ ਵਾਲੇ 'ਚ ਨੋਟ ਕਰ ਲਈ, ਉਹਨੇ ਵੇਖਿਆ ਕਿ ਜਦੋਂ ਇਹਨਾਂ ਦੋਵਾਂ ਸਪੀਡਸ ਨੂੰ ਮੈਂ ਡਿਵਾਈਡ ਕਰਦਾ ਵਾਂ ਤੇ ਫਿਰ ਉਹੀ ਅੰਕ ਆਉਂਦਾ ਵਾ ਜਿਹੜਾ ਪਹਿਲਾਂ ਆ ਰਿਹਾ ਸੀ ਈਟਾ। ਮਤਲਬ ਜੋ ਵੈਲਿਊ ਸਾਈਨ ਆਈ ਬਟਾ ਸਾਈਨ ਆਰ ਦੇ ਰਿਹਾ ਵਾ ਉਹੀ ਵੈਲਿਊ ਜੇਕਰ ਦੋਨਾਂ ਮੀਡੀਅਮ ਦੇ ਵਿੱਚ ਲਾਈਟ ਦੀ ਸਪੀਡ ਨੂੰ ਕੰਪੇਅਰ ਕੀਤਾ ਜਾਵੇ ਤਾਂ ਸੇਮ ਆ ਰਹੀ ਆ। ਸੋ ਇਹਦਾ ਮਤਲਬ ਅਸੀਂ ਪਹਿਲਾਂ ਜਿਵੇਂ ਰਿਫਰੈਕਸ਼ਨ ਸਟਾਰਟ ਹੋਣ ਤੋਂ ਪਹਿਲਾਂ ਹੀ ਕਿਹਾ ਸੀ ਕਿ ਸਪੀਡ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਕੋਈ ਮੀਡੀਅਮ ਡੈਂਸਰ ਹੈ ਜਾਂ ਰੇਅਰ ਹੈ, ਕਿਉਂਕਿ ਜਦੋਂ ਅਸੀਂ ਸਟਾਰਟਿੰਗ ਦੇ ਵਿੱਚ ਐਗਜ਼ਾਮਪਲ ਲਈ ਸੀ ਕਿ ਇੱਕ ਬੰਦਾ ਜਿਹੜਾ ਵਾ ਸੜਕ 'ਤੇ ਤੁਰ ਰਿਹਾ ਹੈ ਤੇ ਉਹ ਕਿਹਨੂੰ ਕ੍ਰੋਸ ਕਰ ਰਿਹਾ ਹੈ, ਕਿਹਨੂੰ ਕੱਟ ਕਰ ਰਿਹਾ ਹੈ, ਹਵਾ ਨੂੰ। ਤੇ ਦੂਸਰੀ ਵਾਰੀ ਉਹੀ ਬੰਦਾ ਪਾਣੀ ਦੇ ਵਿੱਚ ਜਾ ਰਿਹਾ ਹੈ ਤੇ ਪਾਣੀ ਵਾਲੇ ਕੇਸ ਦੇ ਵਿੱਚ ਹੁਣ ਮੀਡੀਅਮ ਕੀ ਹੈ, ਪਾਣੀ, ਤੇ ਪਾਣੀ ਵਾਲੇ ਕੇਸ ਦੇ ਵਿੱਚ ਸਪੀਡ ਘਟ ਗਈ। ਅਸੀਂ ਦੋਨਾਂ ਸਪੀਡਸ ਤੋਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਿਸ ਮੀਡੀਅਮ ਦੇ ਵਿੱਚ ਸਪੀਡ ਘਟ ਜਾਂਦੀ ਆ ਉਹ ਡੈਂਸਰ ਆ। ਹੁਣ ਇਸੇ ਤਰੀਕੇ ਨਾਲ ਇਹ ਦੋ ਮੀਡੀਅਮ ਦੇ ਵਿੱਚ ਆਪਾਂ ਸਪੀਡ ਨੂੰ ਕੰਪੇਅਰ ਕਰ ਰਹੇ ਹਾਂ, ਤੁਲਨਾ ਕਰ ਰਹੇ ਹਾਂ। ਪਹਿਲਾਂ ਅਸੀਂ ਪਹਿਲੇ ਮੀਡੀਅਮ ਦੇ ਵਿੱਚ ਕਰ ਲਈ, ਦੂਜਾ ਅਸੀਂ ਦੂਸਰੇ ਮੀਡੀਅਮ ਦੇ ਵਿੱਚ ਤੁਲਨਾ ਕਰ ਲਈ। ਵੀ ਮੇਰਾ ਮਤਲਬ ਕਿ ਜਿੰਨੀ ਵੀ ਇਸ ਮੀਡੀਅਮ ਦੇ ਵਿੱਚ ਲਾਈਟ ਦੀ ਸਪੀਡ ਹੋਏਗੀ ਉਹਨੂੰ ਅਸੀਂ ਇੱਥੇ ਲਿਖ ਲਾਂਗੇ। ਤੇ ਦੋਨਾਂ ਨੂੰ ਡਿਵਾਈਡ ਕੀਤਾ ਤੇ ਦੋਨਾਂ ਨੂੰ ਹੀ ਡਿਵਾਈਡ ਕੀਤਾ ਤੇ ਸਾਡੇ ਕੋਲੋਂ ਕੋਈ ਨਾ ਕੋਈ ਵੈਲਿਊ ਆ ਗਈ। ਪਰ ਵੈਲਿਊ ਕਿੰਨੀ ਆਈ? ਜਿੰਨੀ ਪਹਿਲਾਂ ਆਈ ਸੀ, ਸਾਈਨ ਆਈ ਬਟਾ ਸਾਈਨ ਆਰ। ਮੰਨ ਲਓ ਉਦਾਹਰਨ ਦੇ ਤੌਰ 'ਤੇ ਆਪਾਂ ਸਮਝਦੇ ਹਾਂ ਕਿ ਮੰਨ ਲਓ ਇੱਥੇ ਕੋਈ ਕੋਣ ਆ 15 ਡਿਗਰੀ 20 ਡਿਗਰੀ, ਆਪਣੇ ਕੋਲੋਂ ਲੈ ਲੈਣਾ 20 ਡਿਗਰੀ, ਤੇ ਇੱਥੇ ਕਿੰਨਾ ਕੋਣ ਹੈ? ਮੰਨ ਲਓ 15 ਡਿਗਰੀ। ਉਹਨੇ ਕੀ ਕੀਤਾ, ਸਾਈਨ ਦੇ ਟੇਬਲ ਵਿੱਚ ਸਾਈਨ 20 ਦੀ ਵੈਲਿਊ ਦੇਖੀ ਤੇ ਸਾਈਨ 15 ਦੀ ਵੈਲਿਊ ਦੇਖੀ ਤੇ ਦੋਨਾਂ ਨੂੰ ਸੋਲਵ ਕੀਤਾ ਤੇ ਉਹਦੇ ਕੋਲੋਂ ਵੈਲਿਊ ਆ ਗਈ 0.7। ਹੁਣ ਉਹਨੇ ਦੂਸਰੀ ਵਾਰੀ ਕੀ ਕੀਤਾ ਕਿ ਇਸ ਮੀਡੀਅਮ ਦੇ ਵਿੱਚ ਲਾਈਟ ਦੀ ਸਪੀਡ ਨੂੰ ਨੋਟ ਕੀਤਾ। ਉਹਨੇ ਕਿਹਾ ਕਿ ਲਾਈਟ ਦੀ ਸਪੀਡ ਕਿੰਨੀ ਆ? c ਆ। ਤੇ ਬਾਅਦ ਵਿੱਚ ਉਹਨੇ ਇਸ ਮੀਡੀਅਮ 'ਚ ਲਾਈਟ ਦੀ ਸਪੀਡ ਨੂੰ ਨੋਟ ਕੀਤਾ, ਉਹਨੇ ਲਿਖਤਾ v ਆ। ਹੁਣ ਮੰਨ ਲਓ ਕਿ ਆਪਾਂ ਕਹਿ ਸਕਦੇ ਹਾਂ c ਤਾਂ ਸਾਨੂੰ ਵੈਲਿਊ ਪਤਾ ਹੀ ਆ ਕਿ c ਦੀ ਵੈਲਿਊ ਇੰਨੀ ਹੁੰਦੀ ਆ ਤੇ v ਦੀ ਵੈਲਿਊ ਅਸੀਂ ਇੱਥੋਂ ਆਸਾਨੀ ਨਾਲ ਕਿਸੇ ਵੀ ਤਰੀਕੇ ਨਾਲ ਫਿਜ਼ਿਕਸ ਕੱਢ ਸਕਦੇ ਹਾਂ। ਤੇ ਉਹਨੇ ਦੋਨਾਂ ਨੂੰ ਡਿਵਾਈਡ ਕੀਤਾ ਤੇ ਫਿਰ ਵੈਲਿਊ ਕਿੰਨੀ ਆਈ? 0.7 ਹੀ। ਮਤਲਬ ਦੋਵਾਂ ਕੇਸਿਸ ਦੇ ਵਿੱਚ ਜਿਹੜਾ ਕੌਂਸਟੈਂਟ ਆ ਰਿਹਾ ਵਾ ਸੋਲਵ ਕਰਕੇ ਰਿਜ਼ਲਟ ਇੱਕੋ ਹੀ ਆ ਰਿਹਾ ਵਾ। ਤੇ ਇਹ ਜਿਹੜਾ ਰਿਜ਼ਲਟ ਆ ਇਹਨੂੰ ਅਸੀਂ ਪਹਿਲਾਂ ਹੀ ਕਹਿਤਾ, ਕੀ ਕਹਿਤਾ? ਰਿਫਰੈਕਟਿਵ ਇੰਡੈਕਸ, ਅਪਵਰਤਨ ਅੰਕ। ਸੋ ਸਾਨੂੰ ਇਹ ਰਿਫਰੈਕਟਿਵ ਇੰਡੈਕਸ ਦੋਨਾਂ ਦੀ ਸਪੀਡ ਕੰਪੇਅਰ ਕਰਨ 'ਤੇ ਵੀ ਮਿਲ ਜਾਂਦਾ ਹੈ। ਤੇ ਜਦੋਂ ਅਸੀਂ ਸਪੀਡ ਕੰਪੇਅਰ ਕਰਦੇ ਹਾਂ ਤਾਂ ਅਸੀਂ ਆਸਾਨੀ ਨਾਲ ਦੱਸ ਸਕਦੇ ਹਾਂ ਕਿਹੜਾ ਮੀਡੀਅਮ ਡੈਂਸਰ ਹੈ ਤੇ ਕਿਹੜਾ ਮੀਡੀਅਮ ਰੇਅਰ ਹੈ। ਹੁਣ ਇਹ ਰਿਫਰੈਕਟਿਵ ਇੰਡੈਕਸ ਕੀ ਸੂਚਨਾ ਦੇ ਰਿਹਾ ਹੈ? ਰਿਫਰੈਕਟਿਵ ਇੰਡੈਕਸ ਸਾਨੂੰ ਸੂਚਨਾ ਦਿੰਦਾ ਹੈ ਕਿਸੇ ਮੀਡੀਅਮ ਦੇ ਡੈਂਸਰ ਹੋਣ ਤੋਂ ਜਾਂ ਰੇਅਰ ਹੋਣ ਦੇ ਬਾਰੇ, ਕਿ ਦੋ ਮੀਡੀਅਮ ਨੂੰ ਕੰਪੇਅਰ ਕਰੋ ਤੇ ਦੋਨਾਂ ਮੀਡੀਅਮ ਦੇ ਵਿੱਚ ਕਿਹੜਾ ਮੀਡੀਅਮ ਡੈਂਸਰ ਆ ਤੇ ਕਿਹੜਾ ਮੀਡੀਅਮ ਰੇਅਰ ਆ। ਜਿਵੇਂ ਦੇਖੋ ਹੁਣ ਜਦੋਂ ਹਵਾ ਦੇ ਵਿੱਚ ਲਾਈਟ ਦੀ ਸਪੀਡ c ਮਤਲਬ 3 ਗੁਣਾ 10 ਦੀ ਪਾਵਰ 8 ਤੇ ਨੀਚੇ ਮੀਡੀਅਮ ਕੋਈ ਦੂਸਰਾ ਹੈ, ਡੈਂਸਰ ਹੈ, ਮੰਨ ਲਓ ਸਪੀਡ ਆ ਗਈ 2 ਗੁਣਾ 10 ਦੀ ਪਾਵਰ 8। ਦੋਨਾਂ ਮੀਡੀਅਮ ਦੇ ਵਿੱਚ ਸਪੀਡ ਨੋਟ ਕਰ ਲਈ। ਹੁਣ ਦੇਖੋ 10 ਦੀ ਪਾਵਰ 8 ਦੇ ਨਾਲ 10 ਦੀ ਪਾਵਰ 8 ਕੱਟੀ ਗਈ, 3/2 ਕਰਾਂਗੇ ਤੇ ਸਾਡੇ ਕੋਲੋਂ ਕੀ ਆ ਜਾਏਗਾ? 0.5। ਹੁਣ 1.5 ਦਾ ਕੀ ਮਤਲਬ ਹੈ? 1.5 ਨੂੰ ਅਸੀਂ ਕੀ ਕਹਿ ਰਹੇ ਹਾਂ? ਰਿਫਰੈਕਟਿਵ ਇੰਡੈਕਸ, ਮਤਲਬ ਇੱਕ ਸੂਚਨਾ ਅੰਕ। 1.5 ਦਾ ਕੀ ਮਤਲਬ ਹੈ? 1.5 ਦਾ ਮਤਲਬ ਹੈ ਕਿ ਪਹਿਲੇ ਮੀਡੀਅਮ ਦੇ ਨਾਲੋਂ ਦੂਸਰਾ ਮੀਡੀਅਮ ਜਿਹੜਾ ਹੈ ਉਹ 1.5 ਗੁਣਾ ਜ਼ਿਆਦਾ ਡੈਂਸਰ ਹੈ, 1.5 ਗੁਣਾ ਜ਼ਿਆਦਾ ਸੰਘਣਾ ਹੈ। ਕਿਉਂਕਿ ਇਹਦੇ ਵਿੱਚ ਕੀ ਆ? ਇਹ ਜ਼ਿਆਦਾ ਸੰਘਣਾ ਹੈ। ਇਹਦੇ ਵਿੱਚ ਸਪੀਡ ਕਿੰਨੀ ਆਈ? ਆਪਾਂ ਆਪਣੇ ਕੋਲੋਂ ਲਿਖੀ, ਮੰਨ ਲਓ 2 ਗੁਣਾ 10 ਦੀ ਪਾਵਰ 8 ਆਈ ਤੇ ਅਸੀਂ ਓਵਰਆਲ ਸੋਲਵ ਕਰਕੇ 1.5 ਰਿਜ਼ਲਟ ਲਿਆਂਦਾ। ਹੁਣ ਇਹ ਚੀਜ਼ ਸਾਨੂੰ ਵੈਸੇ ਵੀ ਪਤਾ ਲੱਗਦੀ ਪਈ ਸੀ ਕਿ ਜਿਹੜਾ ਨੀਚੇ ਵਾਲਾ ਮੀਡੀਅਮ ਹੈ ਉਹ ਜ਼ਿਆਦਾ ਡੈਂਸਰ ਹੈ। ਕਿਵੇਂ? ਕਿਉਂਕਿ ਅਸੀਂ ਇੱਥੇ ਕੀ ਲਿਖਿਆ ਵਾ? 2 ਗੁਣਾ 10 ਦੀ ਪਾਵਰ 8, ਸਪੀਡ ਘੱਟ ਲਿਖੀ ਆ, ਉੱਪਰ ਨਾਲੋਂ ਨੀਚੇ ਸਪੀਡ ਘੱਟ ਲਿਖੀ ਆ। ਸੋ ਸਾਨੂੰ ਇੱਥੋਂ ਤਾਂ ਇਹ ਅੰਦਾਜ਼ਾ ਲੱਗਾ ਕਿ ਨੀਚੇ ਵਾਲੇ ਦੇ ਵਿੱਚ ਸਪੀਡ ਘੱਟ ਵਾ, ਪਰ ਅਸੀਂ ਦੋਨਾਂ ਨੂੰ ਕੰਪੇਅਰ ਕਰਕੇ ਇਹ ਸੋਚਣਾ ਸੀ ਕਿ ਇਹਦੇ ਵਿੱਚੋਂ ਕਿਹੜਾ ਮੀਡੀਅਮ ਕਿੰਨਾ ਡੈਂਸਰ ਹੈ, ਕੰਪੇਅਰ ਕਰਕੇ। ਤੇ ਅਸੀਂ ਕਹਿ ਦਿੱਤਾ ਕਿ ਪਹਿਲੇ ਨਾਲੋਂ ਦੂਸਰਾ 1.5 ਗੁਣਾ ਜ਼ਿਆਦਾ ਡੈਂਸਰ ਹੈ ਤੇ ਇਹਨੂੰ ਅਸੀਂ ਰਿਫਰੈਕਟਿਵ ਇੰਡੈਕਸ ਕਹਿੰਦੇ ਹਾਂ। ਤੇ ਇਹ ਰਿਫਰੈਕਟਿਵ ਇੰਡੈਕਸ ਸਾਨੂੰ ਕਿਸੇ ਮੀਡੀਅਮ ਦੇ ਭਾਰੇ ਹੋਣ ਤੋਂ ਜਾਂ ਹੌਲੇ ਹੋਣ ਦੀ ਸੂਚਨਾ ਦਿੰਦਾ ਹੈ ਕਿਸੇ ਦੂਸਰੇ ਮੀਡੀਅਮ ਦੇ ਨਾਲ ਕੰਪੇਅਰ ਕਰਕੇ। ਜਿਵੇਂ